सतनाम वाहिगुरु साहिब जी। तो मैं आया सरनी आया, भरोसे आया कृपा आया। जो पावै त्यो राखो स्वामी, मार्ग गुर हे पठाया। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। जे तू मित्र साडड़ा, हिक पोरी ना वे छोड़। जियो महिंजा तो मोहया, कद पसी जानी तो है। तू चौ सज्जन मैं दिया, दे सिसु तार। नैन महिंजे तरस दे, कद पसी दीदार। बेसुमार था गनत तोलै, जो बुलावो त्यो नानक दास बोलै। सतनाम वाहिगुरु साहिब जी। कंठ रमणीय राम राम माला, हस्त ऊच प्रेम धारणी। जिहे पणिजो उत्तम सलोक, उदरणं नैन नंदनी। गुरमंत्र हीनस्य जो प्राणी, त्रिगहंत जन्म प्रष्टन है। कुकर है सूकर है गर्दभ है काक है, सर्पन है तुलखल है। गुरमंत्र हीनस्य जो प्राणी, त्रिगहंत जन्म परष्टन है। कुकर है सूकर है गर्दभ है काक है, सर्पन है तुलखल है। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वशल कृपा निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश है, जो सानू सब नू सतगुरु साहिब जी ने बल उद्यम बख्शिश करके, मन के तल ते भावना बख्शिश करके, बुद्धि के तल ते ज्ञान की जग्यासा बख्शिश करके अपनी पावन पवित्र हजूरी विच सतसंगत रूप विच जुड़ बैठण दा, गुरबाणी के अभ्यास द्वारा मनुखा जीवन नूं सफल करन दा, सकारथ करन दा बल अवसर प्रदान किया है। सतगुरु की मेहरामत का सदका है। सतसंगत रूप में जुड़ के
ਗੁਰੂ ਕੀ ਮਿਹਰਾਮਤ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਭਾਈ ਰੇ ਉਹ ਸਿਰ ਜਾਣੋ ਕਾਲ, ਜੋ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ। ਕਿ ਜੀਵਨ ਅਸਥਿਰਤਾ ਦੇ ਨਾਲ ਭਰਪੂਰ ਹੈ। ਕਦ ਚਲਾਏ ਮਨ ਹੋ ਜਾਏ, ਕਾਦੇ ਛਿਣ ਪੰਗਰ ਹਸਤੀ ਬਿਨ ਸਜਾਵੇ। ਕੁਝ ਪਤਾ ਨਹੀਂ, ਮੱਛੀ ਦੀ ਨਿਆਈ ਹਰ ਵੇਲੇ ਸ਼ਿਕਾਰੀ ਦੀ ਕਾਲ ਦੀ ਕੁੰਡੀ ਪਈ ਰਹਿੰਦੀ ਹੈ। ਕਦੋਂ ਮਨੁੱਖ ਨੂੰ ਚਪਟ ਲਵੇ ਇਹ ਕੁਝ ਪਤਾ ਨਹੀਂ ਲੱਗਦਾ। ਪਰ ਇਸ ਤੋਂ ਪਹਿਲਾਂ ਜਿਹੜੇ ਮਨੁੱਖ ਗੁਰੂ ਗਿਆਨ ਦੇ, ਗੁਰੂ ਸ਼ਬਦ ਦੇ ਧਾਰਨੀ ਹੋ ਜਾਂਦੇ ਹਨ, ਉਹ ਮੌਤ ਦੇ ਕਾਲ ਦੇ ਸਾਰੇ ਬੰਧਨਾਂ ਤੋਂ ਉਚੇਰਾ ਜੀਵਨ ਜਿਉਣ ਲੱਗ ਪੈਂਦੇ ਹਨ। ਸਤਿਗੁਰੂ ਕਿਰਪਾ ਕਰਨ ਐਸੇ ਭਾਵ ਸਾਡੇ ਸਾਰਿਆਂ ਦੇ ਮਨਾਂ ਅੰਦਰ ਜਗ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਨਾਲ, ਪਾਵਨ ਬਾਣੀ ਦੀ ਵਿਆਖਿਆ ਨਾਲ ਮਨ ਬੁੱਧ ਚਿੱਤ ਸੁਰਤ ਕਰਕੇ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੰਠ ਰਮਣੀਯ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰਣੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸੰਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਇਸ ਪਾਵਨ ਬਾਣੀ ਦੁਆਰਾ ਸਾਨੂੰ ਇੱਕ ਇੱਕ ਸ਼ਲੋਕ ਦੁਆਰਾ ਜੀਵਨ ਦਾ ਬੜਾ ਗੋਹਜ ਭਰਪੂਰ ਆਤਮ ਗਿਆਨ ਵਾਲਾ, ਤੱਤ ਗਿਆਨ ਵਾਲਾ ਉਪਦੇਸ਼ ਸਮਝਾ ਕੇ ਨਵਾਜ਼ਿਸ਼ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਜਿਵੇਂ ਕੱਲ੍ਹ ਦੇ ਇੱਕ ਦ੍ਰਿਸ਼ਟੀਕੋਣ ਅਨੁਸਾਰ ਮੈਂ ਇਸ ਗੱਲ ਨੂੰ ਇਉਂ ਵਾਚ ਰਿਹਾ ਸੀ ਕਿ ਆਮ ਕਰਕੇ ਸਾਡੇ ਸਿੱਖ ਸਤਸੰਗੀਆਂ ਨੂੰ ਭਗਤ ਕਬੀਰ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦਾ ਪਤਾ ਹੈ, ਤਾਂ ਅਕਸਰ ਜ਼ਿਕਰ ਉਹਦਾ ਹੀ ਕਰਦੇ ਨੇ ਕਿ ਭਗਤ ਸਾਹਿਬਾਨਾਂ ਨੇ ਸ਼ਲੋਕ ਰਚੇ ਨੇ। ਪਰ ਇਹ ਵੀ ਗੱਲ ਧਿਆਨ 'ਚ ਰੱਖਣ ਯੋਗ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸ਼ਲੋਕ ਰਚੇ ਹਨ। ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਵੇਂ 12 ਦੇ ਵਿੱਚ ਵੀ ਸ਼ਲੋਕ ਆਉਂਦੇ ਨੇ, ਪਰ ਵੀ ਵਿਸ਼ੇਸ਼ ਰੂਪ ਕਰਕੇ ਸਾਰੀ ਬਾਣੀ ਸ਼ਲੋਕਾਂ ਦੇ ਵਿੱਚ ਹੀ ਰਚੀ ਗਈ ਹੈ। 67 ਸ਼ਲੋਕਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਗਿਆਨ ਦੀ ਅਥਾਹ ਬਖਸ਼ਿਸ਼ ਕੀਤੀ ਹੈ। ਅੱਜ ਦੇ ਸ਼ਲੋਕ ਦੁਆਰਾ 32ਵੇਂ ਸ਼ਲੋਕ ਦੀ ਆਰੰਭਤਾ 'ਤੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕੰਠ ਰਮਣੀਯ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰਣੀ। ਸਤਿਗੁਰੂ ਸਾਹਿਬ ਜੀ ਅੱਜ ਵਾਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਗਲਾ ਕਦੋਂ ਸੁਹਾਵਣਾ ਹੁੰਦਾ ਹੈ, ਜ਼ੁਬਾਨ ਕਦੋਂ ਪਵਿੱਤਰ ਹੁੰਦੀ ਹੈ, ਹਿਰਦਾ ਕਦੋਂ ਨਿਰਮਲ ਹੁੰਦਾ ਹੈ। ਕਿਹੜੇ ਐਸੇ ਕਰਮ ਕੀਤੇ ਜਾਣ ਜਿਨ੍ਹਾਂ ਦੇ ਨਾਲ ਸਾਡੀ ਜ਼ੁਬਾਨ ਸਫਲੀ ਹੋ ਜਾਏ, ਸਾਡਾ ਹਿਰਦਾ ਸ਼ੁੱਧਤਾ ਦੇ ਨਾਲ, ਬੰਦਗੀ ਦੇ ਰਸ ਦੇ ਨਾਲ ਭਰ ਜਾਏ। ਐਸਾ ਕਿਹੜਾ ਯਤਨ ਕੀਤਾ ਜਾਏ? ਤਾਂ ਸਤਿਗੁਰੂ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਕੰਠ ਰਮਣੀਯ ਰਾਮ ਰਾਮ ਮਾਲਾ। ਜਿਵੇਂ ਆਮ ਧਾਰਮਿਕ ਜਗਤ ਦੇ ਵਿੱਚ ਸ਼ਬਦ ਦਾ ਅਭਿਆਸ ਕਰਨ ਲਈ ਗੁਰਸਿੱਖ ਜਨ ਕਈ ਵਾਰੀ ਕੁਝ ਸਾਧਕ ਲੋਕ ਮਾਲਾ ਆਦਿਕ ਦੀ ਵਰਤੋਂ ਕਰਦੇ ਹਨ, ਤਾਂ ਗੁਰੂ ਸਾਹਿਬ ਜੀ ਅੱਜ ਦੇ ਪਾਵਨ ਸ਼ਲੋਕ ਦੁਆਰਾ ਬਖਸ਼ਿਸ਼ ਕਰ ਰਹੇ ਹਨ ਕਿ ਕਿਹੜੀ ਮਾਲਾ ਧਾਰਨ ਕਰਨ ਦੇ ਯੋਗ ਹੈ। ਜਿਵੇਂ ਸਨਾਤਨ ਮੱਤ ਦੇ ਵਿੱਚ 3 ਪ੍ਰਕਾਰ ਦੀਆਂ ਮਾਲਾਵਾਂ ਬੜੀਆਂ ਜਿਹੜੀਆਂ ਹਨ ਉੱਤਮ ਮੰਨੀਆਂ ਜਾਂਦੀਆਂ ਹਨ। ਇਸੇ ਪ੍ਰਕਾਰ ਤੁਲਸੀ ਦੀ, ਰੁਦਰਾਖ ਦੀ। ਇਸ ਕਰਕੇ ਤਾਂ ਗੁਰੂ ਸਾਹਿਬ ਜੀ ਅੱਜ ਦੇ ਪਾਵਨ ਸ਼ਲੋਕਾਂ ਵਿੱਚ ਬਖਸ਼ਿਸ਼ ਕਰਦੇ ਹਨ ਕਿ ਕਿਹੜੀ ਮਾਲਾ ਉੱਤਮ ਕਰਕੇ ਧਾਰਨ ਯੋਗ ਹੈ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਕੰਠ ਰਮਣੀਯ। ਜਿਵੇਂ ਜੀਵਨ ਦੇ ਵਿੱਚ ਹੁਣ ਮਾਲਾ ਦਾ ਪਹਿਲਾ ਭਾਵ ਕੀ ਹੈ? ਅਖੰਡ ਚੱਲਦੀ ਰਹਿਣ ਵਾਲੀ, ਜਿਹਦੇ ਇੱਕ ਤੋਂ ਬਾਅਦ ਜਿਵੇਂ ਅਸੀਂ ਮਣਕਿਆਂ ਦੇ ਤੌਰ 'ਤੇ ਮਾਲਾ ਫੇਰਦੇ ਹਾਂ, ਉਹ ਸਦਾ ਚੱਲਦੀ ਰਹਿੰਦੀ, ਕਦੀ ਮੁੱਕਣ ਵਿੱਚ ਨਹੀਂ ਆਉਂਦੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਡੇ ਜੀਵਨ ਨੂੰ ਵੀ ਅਕਾਲ ਪੁਰਖ ਨੇ ਇੱਕ ਮਾਲਾ ਦੇ ਨਾਲ ਪਰੋਇਆ ਹੋਇਆ ਹੈ। ਉਹ ਮਾਲਾ ਹੈ ਸਾਡੇ ਗਲੇ ਦੁਆਰਾ, ਸਾਡੇ ਹਿਰਦੇ ਦੁਆਰਾ ਚੱਲਣ ਵਾਲੀ ਸਵਾਸਾਂ ਦੀ। ਜਿਹੜੀ ਇਹ ਮਾਲਾ ਹੈ,
ਜਦੋਂ ਮਾਲਕ ਇਸ ਸਰੀਰ ਦੇ ਵਿੱਚ ਇਸ ਮਾਲਾ ਨੂੰ ਪਰੋ ਦਿੰਦਾ ਹੈ, ਫਿਰ ਇਹ ਸਰੀਰ ਚੱਲਣ ਜੋਗਾ ਹੋ ਜਾਂਦਾ। ਫਿਰ ਇਸ ਮਾਲਾ ਦੇ ਚੱਲਣ ਕਰਕੇ ਜ਼ੁਬਾਨ ਬੋਲਣ ਯੋਗ ਹੋ ਜਾਂਦੀ ਹੈ, ਨੇਤਰ ਦੇਖਣ ਯੋਗ ਹੋ ਜਾਂਦੇ ਨੇ। ਸਰੀਰ ਵਿੱਚ ਸਾਰੇ ਪ੍ਰਾਣ ਦਾ ਬਲ ਜਿਹੜਾ ਹੈ ਵਿਕਸਿਤ ਹੋਣ ਲੱਗਦਾ। ਇਸ ਕਰਕੇ ਸਭ ਤੋਂ ਉੱਚਤਮ ਮਾਲਾ ਹੈ ਸਵਾਸਾਂ ਦੀ, ਜਿਹੜੀ ਪਰਮੇਸ਼ਰ ਨੇ ਸਾਡੀ ਦੇਹ ਅੰਦਰ ਪਾਈ ਹੋਈ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਹੁਣ ਦੂਜੇ ਪਾਸੇ ਜੇ ਸਵਾਸਾਂ ਦੀ ਮਾਲਾ ਜੀਵਨ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਬੇਰੋਕ ਚੱਲਦੀ ਹੈ, ਕਦੀ ਅਸੀਂ ਯਤਨ ਨਹੀਂ ਕੀਤਾ ਸਾਨੂੰ ਸਾਹ ਲੈਣਾ ਪਵੇ, ਕਦੀ ਅਸੀਂ ਇਸ ਤਰ੍ਹਾਂ ਨਹੀਂ ਚਾਹਿਆ ਕਿ ਸਾਡਾ ਦਿਲ ਧੜਕੇ, ਖੁਦ ਬਾ ਖੁਦ ਸਾਹ ਆਉਂਦਾ, ਦੇਹ ਦੇ ਵਿੱਚੋਂ ਨਿਕਲਦਾ ਹੈ। ਸਰੀਰ ਦਾ ਸਾਰਾ ਜਿਹੜਾ ਨੇਮ ਹੈ, ਗਤੀਸ਼ੀਲ ਹੈ, ਜਿਉਣ ਦਾ ਨੇਮ ਹੈ, ਉਹ ਆਪਣੇ ਆਪ ਚੱਲਦਾ ਜਾਂਦਾ। ਤਾਂ ਗੁਰੂ ਹੁਣ ਜਿਵੇਂ ਨਾ ਗੁਰਬਾਣੀ 'ਚ ਬਹੁਤ ਜਗ੍ਹਾ ਸਹਿਜ ਸ਼ਬਦ ਆਉਂਦਾ ਹੈ। ਕੁਝ ਦਿਨ ਪਹਿਲਾਂ ਵੀ ਐਸੀ ਵਿਚਾਰ ਆਪਦੇ ਸਨਮੁਖ ਰੱਖੀ ਸੀ ਕਿ ਅਸੀਂ ਬਹੁਤ ਵਾਰੀ ਸਹਿਜ ਨੂੰ ਬੁੱਝਣ ਤੋਂ ਅਣਜਾਣ ਰਹਿੰਦੇ ਹਾਂ ਜਾਂ ਬਹੁਤ ਠੀਕ ਤਰੀਕੇ ਨਾਲ ਨਹੀਂ ਬੁੱਝਦੇ। ਸਹਿਜ ਦਾ ਭਾਵ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਕੁਦਰਤ ਦੇ ਵਿੱਚ ਕੁਦਰਤੀ ਨੇਮ ਦੇਖਿਆ ਜਾਵੇ। ਸੂਰਜ ਉਦੈ ਹੁੰਦਾ, 1 ਮਿੰਟ ਦੇ ਵਿੱਚ ਸੂਰਜ ਨਹੀਂ ਚੜ੍ਹ ਜਾਂਦਾ। ਉਹਦਾ ਚੜ੍ਹਨ ਤੋਂ ਪਹਿਲਾਂ ਕਰੀਬਨ ਜਿਹੜੇ ਮੌਸਮ ਵਿਗਿਆਨੀ ਨੇ ਮੰਨਦੇ ਨੇ ਕਿ ਸੂਰਜ ਨੂੰ ਚੜ੍ਹਨ ਦੇ ਵਿੱਚ 2 ਤੋਂ 2.5 ਘੰਟੇ ਦਾ ਸਮਾਂ ਲੱਗਦਾ ਜਦੋਂ ਪੂਰਾ ਚਮਕਦਾ। ਇਹਦਾ ਮਤਲਬ ਹੈ ਕਿ ਉਹ ਇੱਕਦਮ ਆਪਣੀ ਤਪਸ਼ ਨੂੰ, ਆਪਣੀ ਰੌਸ਼ਨੀ ਨੂੰ, ਆਪਣੇ ਪ੍ਰਕਾਸ਼ ਨੂੰ ਗ੍ਰਹਿਣ ਨਹੀਂ ਕਰ ਲੈਂਦਾ, ਹੌਲੀ ਹੌਲੀ ਗ੍ਰਹਿਣ ਕਰਦਾ ਹੈ। ਇਸੇ ਪ੍ਰਕਾਰ ਸਾਡੇ ਜੀਵਨ ਦੀਆਂ ਹੋਰ ਜਿਤਨੀਆਂ ਕਿਰਿਆਵਾਂ ਨੇ, ਚਾਹੇ ਉਹ ਭੋਜਨ ਖਾਣਾ ਹੈ, ਅਸੀਂ ਜ਼ਿੰਦਗੀ ਭਰ ਦੀ ਭੁੱਖ ਹੈ ਇੱਕ ਦਿਨ ਨਹੀਂ ਮਿਟਾਉਂਦੇ। ਰੋਜ਼ ਥੋੜ੍ਹੀ ਥੋੜ੍ਹੀ ਜਿੰਨੀ ਕੁ ਪੈਦਾ ਹੁੰਦੀ ਹੈ ਪਿਆਸ ਭੁੱਖ, ਓਨਾ ਕੁ ਖਾ ਕੇ ਬੁਝਾਉਂਦੇ ਰਹਿੰਦੇ ਹਾਂ। ਜ਼ਿੰਦਗੀ ਭਰ ਦੇ ਲਈ ਜਿਉਣਾ ਤਾਂ ਇੱਕੋ ਦਿਨ ਸਵਾਸ ਨਹੀਂ ਲੈਂਦੇ, ਇੱਕ ਇੱਕ ਕਰਕੇ ਲੈਂਦੇ ਹਾਂ। ਤਾਂ ਇਸੇ ਪ੍ਰਕਾਰ ਸਹਿਜ ਦੀ ਵੀ ਜੀਵਨ ਜੁਗਤ ਇਹ ਹੈ ਕਿ ਜੋ ਵੀ ਆਧਿਆਤਮਿਕ ਜਗਤ 'ਚ ਪ੍ਰਾਪਤੀ ਕਰਨੀ ਹੈ, ਉਹਨੂੰ ਮਨ ਦੀ ਤੇਜ਼ੀ ਦੇ ਨਾਲ ਨਹੀਂ, ਸੁਭਾਅ ਦੀ ਜਿਹੜੀ ਉਤੇਜਨਾ ਉਹਦੇ ਨਾਲ ਨਹੀਂ, ਇੱਕ ਪ੍ਰੇਮ ਦੇ ਵਿੱਚ ਰੱਤ ਕੇ, ਜਿਵੇਂ ਭੋਜਨ ਪਾਣੀ ਸਾਹ ਰੋਜ਼ਾਨਾ ਦੀ ਲੋੜ ਹੈ, ਹਰਦਮ ਦੀ ਲੋੜ ਹੈ, ਇਸੇ ਪ੍ਰਕਾਰ ਬੰਦਗੀ ਨੂੰ ਵੀ ਆਪਣੇ ਹਰ ਵੇਲੇ ਨੇਮ ਦੀ ਲੋੜ ਬਣਾ ਲੈਣੀ। ਇਹ ਸਹਿਜਮਈ ਜੀਵਨ ਹੈ, ਭਾਵ ਕਿ ਹਠ ਰੂਪ ਦੇ ਵਿੱਚ ਨਹੀਂ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ, ਕੰਠ ਰਮਣੀय ਰਾਮ ਰਾਮ ਮਾਲਾ, ਕਿ ਸਭ ਤੋਂ ਉੱਤਮ ਮਾਲਾ ਮਾਲਕ ਨੇ ਸਵਾਸਾਂ ਦੀ ਸਰੀਰ 'ਚ ਪਾਈ ਹੈ। ਉਸ ਤੋਂ ਉੱਤਮ ਮਾਲਾ ਉਹ ਉਦੋਂ ਵੀ ਉੱਤਮ ਹੋ ਜਾਂਦੀ ਹੈ ਜਦੋਂ ਸਾਡੇ ਹਰੇਕ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਪਰੋਇਆ ਜਾਏ। ਭਾਵ ਕਿ ਸਵਾਸ, ਜਿਵੇਂ ਗੁਰਬਾਣੀ 'ਚ ਵਾਕ ਹੁੰਦਾ ਨਾ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਇਹਦਾ ਭਾਵ ਹੈ ਕਿ ਜਦੋਂ ਸਾਹ ਅੰਦਰੂਨੀ ਜਾਵੇ ਉਦੋਂ ਵੀ ਪਰਮੇਸ਼ਰ ਦਾ ਉਚਾਰਨ ਹੋਵੇ, ਅਤੇ ਜਦੋਂ ਬਾਹਰ ਨਿਕਲੇ ਉਦੋਂ ਵੀ ਉਹਦੇ ਰੱਬੀ ਗੁਣਾਂ ਦਾ ਉਚਾਰਨ ਹੋਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਮਾਲਾ ਧਾਰਨ ਕਰਨੀ ਹੈ, ਇਹ ਸਭ ਤੋਂ ਉੱਤਮ ਹੈ। ਹੁਣ ਜਦ ਅਸੀਂ ਸਤਿਗੁਰੂ ਕੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਕਈ ਜਗ੍ਹਾ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਮਾਲਾ ਆਦਿਕ ਦੀ ਵਰਤੋਂ ਦਾ ਖੰਡਨ ਵੀ ਕੀਤਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੈ ਰਾਮ ਨ ਚਿਤ ਹੀ ਇਹ ਜਪਨੀ ਕਿਆ ਹੋਏ। ਜੈਸੇ ਪ੍ਰਕਾਰ ਗੁਰੂ ਸਾਹਿਬ ਜੀ ਦੀ ਬਾਣੀ ਜ਼ਿਕਰ ਹੈ, ਮਾਲਾ ਫੇਰੈ ਮੰਗੈ ਵਿਭੂਤ ਇਨ ਬਿਦ ਕੋਇ ਨਾ ਤਰਿਓ ਮੀਤ। ਇਸੇ ਪ੍ਰਕਾਰ ਫੇਰੇ ਤਸਬੀਹ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ। ਬੜੇ ਪ੍ਰਮਾਣ ਐਸੇ ਗੁਰਬਾਣੀ ਦੇ ਵਿੱਚ ਜਿਹੜੇ ਮਾਲਾ ਦਾ ਨਿਸ਼ੇਧ ਕਰਦੇ ਹਨ, ਸਾਨੂੰ ਮਿਲ ਜਾਂਦੇ ਹਨ। ਹੁਣ ਇਸ ਗੱਲ ਨੂੰ ਜੇ ਗੌਰ ਦੇ ਨਾਲ ਵਾਚੀਏ ਤਾਂ ਗੱਲ ਇੱਕ ਬੜੇ ਬਾਰੀਕ ਨੁਕਤੇ 'ਤੇ ਜਾ ਜਾਂਦੀ। ਜਦੋਂ ਆਰੰਭ ਦੇ ਵਿੱਚ ਧਰਮ ਦੀ ਅਧਿਆਤਮ ਦੀ ਸਾਧਨਾ ਪੈਦਾ ਹੋਈ, ਤਾਂ ਜਦੋਂ ਜਿਹੜੇ ਰੱਬੀ ਪੁਰਖਾਂ ਨੇ ਉਸ ਸਾਧਨਾ ਨੂੰ ਪੂਰਿਆਂ ਕਰਕੇ ਉਸ ਦਾ ਅਨੁਭਵ ਬਣਾਇਆ, ਤਾਂ ਫਿਰ ਉਹਨਾਂ ਨੇ ਦੇਖਿਆ ਕਿ ਜਿਤਨੀ ਸਾਧਨਾ ਬਰੀਕ ਹੈ, ਸੂਖਮ ਹੈ, ਇਹ ਆਮ ਬੰਦੇ ਦੇ ਵਿੱਚ ਸਮਝ ਵਿੱਚ ਆਉਣ ਵਾਲੀ ਤਾਂ ਨਹੀਂ। ਇਹ ਆਮ ਬੰਦੇ ਦੇ ਸਮਝ ਵਿੱਚ ਨਹੀਂ ਆ ਸਕਦੀ, ਜਿਵੇਂ ਦੀ ਧਰਮ ਦੀ ਸਾਧਨਾ ਦਾ ਸਰੂਪ ਅਸੀਂ ਮਹਿਸੂਸ ਕੀਤਾ ਹੈ ਜਾਂ ਮਾਣਿਆ ਹੈ। ਪਰ ਇਹ ਚੀਜ਼ ਬੜੀ ਨਿਰਮੋਲਕ ਹੈ, ਧਰਮ ਦੀ ਸਾਧਨਾ, ਅਧਿਆਤਮਿਕ ਸਾਧਨਾ। ਇਹ ਫਿਰ ਆਮ ਮਨੁੱਖ ਤੱਕ ਕਿਵੇਂ ਉਪਲਬਧ ਕਰਵਾਈ ਜਾਵੇ। ਇਹ ਫਿਰ ਉਹਨਾਂ ਰੱਬੀ ਪੁਰਖਾਂ ਨੇ ਜਦੋਂ ਇਸ ਗੱਲ ਨੂੰ ਸੋਚਿਆ ਤਾਂ ਉਹਨਾਂ ਸਾਰੀਆਂ ਕਿਰਿਆਵਾਂ ਨੂੰ ਉਹਨਾਂ ਨੇ ਸਰਲ ਰੂਪ ਦੇਣੇ ਸ਼ੁਰੂ ਕਰ ਦਿੱਤੇ ਕਿ ਜ਼ੁਬਾਨ 'ਤੇ ਪਰਮੇਸ਼ਰ ਦਾ ਨਾਮ ਸੁਦ੍ਰਿੜ ਹੋ ਜਾਏ। ਇਸ ਕਰਕੇ ਇੱਕ ਸਭ ਤੋਂ ਪਹਿਲਾਂ ਸਹਾਇਕ ਤੌਰ 'ਤੇ ਇੱਕ ਮਾਲਾ ਲੈ ਕੇ ਉਹਦੇ ਨਾਲ ਅਭਿਆਸ ਕਰਨ ਦਾ ਯਤਨ ਕਰੋ। ਜਦੋਂ ਉਹਨੂੰ ਪਹਿਲਾਂ ਗਿਣਤੀ ਦੇ ਵਿੱਚ ਕਰੋ, ਤਾਂ ਗਿਣਤੀ ਦੇ ਵਿੱਚ ਕਰਕੇ ਤਾਂ ਕਿ ਤੁਹਾਡੇ ਅੰਦਰ ਜਦੋਂ ਪ੍ਰੇਮ ਦੀ ਭਾਵਨਾ ਦ੍ਰਿੜ ਹੋ ਜਾਏ ਤਾਂ ਉਦੋਂ ਤੁਹਾਡਾ ਇੱਕ ਅਭਿਆਸ ਲਗਾਤਾਰ ਬਣ ਜਾਏ।
ਜਿਵੇਂ ਆਰੰਭਿਕ ਤੌਰ 'ਤੇ ਬੱਚੇ ਦੀ ਵਿੱਦਿਆ ਸ਼ੁਰੂ ਹੁੰਦੀ ਹੈ, ਅੱਖਰ ਗਿਆਨ ਤਾਂ ਕੇਵਲ ਅੱਖਰ ਦਾ ਦੇਣਾ ਹੈ ਉਸ ਨੂੰ, ਪਰ ਉਸ ਨੂੰ ਬਹੁਤ ਵਾਰੀ ਉਸ ਚੀਜ਼ ਦਾ ਰਟਨ ਕਰਾਇਆ ਜਾਂਦਾ ਹੈ ਕਿ ਪਹਿਲਾਂ ਇਹਦੀ ਸਿਮਰਤੀ ਅੰਦਰ, ਇਹਦੀ ਯਾਦਦਾਸ਼ਤ 'ਚ ਅੰਦਰ, ਇਹਦੇ ਉਚਾਰਨ ਅੰਦਰ ਇਹ ਗੱਲ ਬੈਠ ਜਾਏ, ਫਿਰ ਆਪੇ ਇਹਨੂੰ ਇਹਦਾ ਤਕਨੀਕੀ ਪ੍ਰਯੋਗ ਕਰਨਾ ਆ ਜਾਏਗਾ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਨ ਕੰਠ ਰਮਣੀय ਕਿ ਅਸਲ ਦੇ ਵਿੱਚ ਫਿਰ ਜਦੋਂ ਸ਼ੁਰੂਆਤੀ ਤੌਰ 'ਤੇ ਇਹ ਯਤਨ ਇਹ ਸਹਾਇਕ ਸੀ, ਪਰ ਕਈ ਵਾਰੀ ਕੀ ਹੁੰਦਾ, ਮਨੁੱਖ ਦੀ ਇੱਕ ਫਿਤਰਤ ਹੈ। ਮੈਂ ਜਿਤਨੀ ਵੀ ਅੱਜ ਕੱਲ੍ਹ ਧਰਮ ਦੇ ਨਾਂ 'ਤੇ ਪਾਖੰਡ ਦੇਖਦਾ ਹਾਂ, ਉਹ ਮੈਂ ਉਹਦਾ ਕਈ ਵਾਰੀ ਸਿੱਧਾ ਕਟਾਕਸ਼ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਹੈ ਕਿ ਇਹ ਪਹਿਲੀ ਸਟੇਜ 'ਤੇ ਰੁਕ ਗਏ ਨੇ। ਇਹ ਇਹਨਾਂ ਨੂੰ ਇੱਕ ਹੈਲਪਿੰਗ ਨੁਕਤਾ ਦਿੱਤਾ ਗਿਆ ਸੀ ਕਿ ਤੁਸੀਂ ਆਪਣੀ ਸਾਧਨ ਨੂੰ ਇਸ ਤਰੀਕੇ ਨਾਲ ਦ੍ਰਿੜ ਕਰ ਲਓ, ਅੱਗੇ ਵਧਾ ਲਓ, ਪਰ ਇਹ ਇੱਥੇ ਹੀ ਰੁਕ ਗਏ ਹਨ। ਇਹਦੇ ਵਿੱਚ ਸੁਝਾਅ ਦੇਣ ਵਾਲਿਆਂ ਦਾ ਜਾਂ ਧਰਮ ਦੀ ਸਾਧਨਾ ਦਾ ਇਹ ਸਰੂਪ ਸਿਖਾਉਣ ਵਾਲਿਆਂ ਦਾ ਕੋਈ ਨੁਕਸ ਨਹੀਂ ਹੈ। ਤਾਂ ਇਸੇ ਪ੍ਰਕਾਰ ਹੁਣ ਗੁਰੂ ਸਾਹਿਬ ਜੀ ਇਹਦੇ ਵਿੱਚ ਤਾਂ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਨਿਸ਼ੇਧ ਕੀਤਾ ਹੈ, ਪਰ ਨਿਸ਼ੇਧ ਦੇ ਬਜਾਏ ਸਾਨੂੰ ਕੇਵਲ ਰੋਕ ਨਹੀਂ ਦਿੱਤਾ, ਸਾਨੂੰ ਸਗੋਂ ਉਚੇਰਾ ਰੂਪ ਸਮਝਾਇਆ ਹੈ ਕਿ ਜੇ ਤੇਰੇ ਸਵਾਸਾਂ ਦੀ ਮਾਲਾ ਅਖੰਡ ਚੱਲਦੀ ਹੈ ਤਾਂ ਪਰਮੇਸ਼ਰ ਦੇ ਗੁਣ ਜਪਣ ਦੀ ਮਾਲਾ ਹੈ ਜਿਹੜੀ, ਉਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ 2 ਜਾਂ 3 ਮਾਲਾਵਾਂ ਤੂੰ ਫੇਰ ਕੇ ਇੱਕ ਸਾਈਡ 'ਤੇ ਰੱਖ ਦੇਵੇਂ ਅਤੇ ਫਿਰ ਸਾਰਾ ਦਿਨ ਤੇਰੀ ਜ਼ੁਬਾਨ ਹੋਰ ਬੋਲਦੀ ਰਹੇ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਕੰਠ ਰਮਣੀय, ਆਪਣੇ ਗਲੇ ਨੂੰ, ਆਪਣੇ ਹਿਰਦੇ ਨੂੰ ਇੰਨਾ ਸਾਧ ਲਓ ਕਿ ਹਰੇਕ ਸਵਾਸ ਦੇ ਨਾਲ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਆਪਣੇ ਆਪ ਨਿਕਲੇ। ਤਾਂ ਇਸੇ ਪ੍ਰਕਾਰ ਸ਼ਾਇਦ ਆਪ ਜੀ ਇਸ ਗੱਲ ਨੂੰ ਜਾਣਦੇ ਹੋਵੋ, ਸਨਾਤਨ ਮੱਤ ਵਾਲੇ ਜਿਹੜੇ ਰੁਦਰਾਖ ਦੀ ਮਾਲਾ ਹੈ ਉਹਨੂੰ ਸਾਧਦੇ ਨੇ। ਸਾਧਣ ਦਾ ਭਾਵ ਕੀ ਹੈ ਕਿ ਉਹ ਪਹਿਲਾਂ ਬਹੁਤ ਕੀਮਤੀ ਰੁਦਰਾਖ ਬੜੀ ਮੁਸ਼ਕਿਲ ਦੇ ਨਾਲ ਲੱਭਦੇ ਨੇ, ਫਿਰ ਇੱਕ ਇੱਕ ਮਣਕੇ ਨੂੰ 1.25 ਲੱਖ ਮੰਤਰ ਦਾ ਜਾਪ ਕਰਕੇ ਸਾਧਨਾ ਕਰਕੇ ਅਤੇ ਸ਼ੁੱਧ ਕਰਦੇ ਨੇ। ਫਿਰ ਉਹ 10-12 ਸਾਲ ਦੀ ਸਾਧਨਾ ਤੋਂ ਬਾਅਦ ਇੱਕ ਅੱਧੀ ਮਾਲਾ ਬਣਦੀ ਹੈ। ਤਾਂ ਫਿਰ ਉਹ ਬਹੁਤ ਵੱਡੀ ਕੀਮਤ 'ਤੇ ਜਿਹੜੇ ਸ਼ਰਧਾਵਾਨ ਲੋਕ ਨੇ ਉਹ ਖਰੀਦਦੇ ਨੇ। ਜਿਵੇਂ ਉਦਾਹਰਨ ਦੇ ਤੌਰ 'ਤੇ 1.5-2 ਲੱਖ ਰੁਪਇਆ ਕੀਮਤ ਉਹਦੀ ਸਧਾਰਨ ਹੁੰਦੀ ਹੈ। ਕਿਉਂ ਕਰਕੇ ਕਿ ਇੱਕ ਇੱਕ ਮਣਕੇ ਦੇ ਉੱਪਰ 1.25 ਲੱਖ ਮੰਤਰ ਦਾ ਜਾਪ ਕੀਤਾ ਹੁੰਦਾ। ਉਹ ਕਹਿੰਦੇ ਉਹਨੂੰ ਕਹਿੰਦੇ ਸ਼ੁੱਧ ਕੀਤੀ ਗਈ ਹੈ। ਜਿਵੇਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਮਾਲਾ ਤਾਂ ਸ਼ੁੱਧ ਹੋ ਗਈ, ਜਾਪ ਕਰਕੇ ਉਸ ਨੂੰ ਤੁਸੀਂ ਸ਼ੁੱਧ ਮੰਨ ਰਹੇ ਹੋ, ਪਰ ਜਿਸ ਜ਼ੁਬਾਨ ਦੇ ਨਾਲ, ਜਿਸ ਹਿਰਦੇ ਦੇ ਨਾਲ ਜਾਪ ਕੀਤਾ, ਕੀ ਉਹ ਸ਼ੁੱਧ ਹੋ ਗਈ ਹੈ, ਉਹਦੇ ਅੰਦਰ ਪਰਮੇਸ਼ਰ ਦੀ ਯਾਦ ਸਮਾ ਗਈ ਹੈ ਜਾਂ ਨਹੀਂ ਸਮਾ ਗਈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਸ ਸਹਾਇਕ ਨੁਕਤੇ 'ਤੇ ਨਾ ਰਹੋ, ਉਸ ਤੋਂ ਥੋੜ੍ਹਾ ਉੱਪਰ ਉੱਠੋ। ਹੁਣ ਕਦੇ ਆਪ ਜੀ ਗੁਰਬਾਣੀ ਪੜ੍ਹਦੇ ਹੋ ਤਾਂ ਗੌਰ ਨਾਲ ਵਾਚੋ, ਧਰਮ ਦੀ ਸਾਰੀ ਅੰਤਰੀਵੀ ਸਾਧਨਾ ਹੀ ਦੱਸੀ ਗਈ ਹੈ। ਗੁਰੂ ਸਾਹਿਬ ਜੀ ਜਪਜੀ ਸਾਹਿਬ 'ਚ ਰੋਜ਼ਾਨਾ ਪੜ੍ਹਦੇ ਹੋ, ਅੰਤਰਗਤ ਤੀਰਥ ਮਲ ਨਾਓ। ਹੁਣ ਉੱਥੇ ਤਾਂ ਕਿਸੇ ਬਾਰੀ ਇਸ਼ਨਾਨ ਦੀ ਗੱਲ ਨਹੀਂ ਹੋਈ। ਜਾਂ ਗੁਰਬਾਣੀ 'ਚ ਐਸਾ ਵੀ ਜ਼ਿਕਰ ਮਿਲਦਾ, ਹਰਮੰਦਰ ਉਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਇਸ ਕਰਕੇ ਧਰਮ ਦਾ ਮੁੱਖ ਨੁਕਤਾ ਹੈ ਕਿ ਇਹਨੂੰ ਅੰਦਰੂਨੀ ਰੂਪ ਦੇ ਵਿੱਚ ਸਮਝਿਆ ਜਾਏ। ਜਿੰਨਾ ਅੰਦਰੂਨੀ ਰੂਪ ਦੇ ਵਿੱਚ ਸਮਝੋਗੇ, ਬਾਹਰੀ ਕਰਮ ਕਾਂਡਾਂ ਤੋਂ ਆਪਣੇ ਆਪ ਹੀ ਮਨੁੱਖ ਦਾ ਛੁਟਕਾਰਾ ਹੁੰਦਾ ਜਾਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੰਠ ਰਮਣੀय, ਇਸ ਕਰਕੇ ਆਪਣੀ ਜ਼ੁਬਾਨ ਤੋਂ ਸਦਾ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰੋ। ਜਿਵੇਂ ਸਵਾਸਾਂ ਦੀ ਮਾਲਾ ਚੱਲਦੀ ਹੈ, ਇਸੇ ਪ੍ਰਕਾਰ ਪਰਮੇਸ਼ਰ ਦੇ ਗੁਣਾਂ ਦੀ ਮਾਲਾ ਦਾ ਜਿਹੜਾ ਉਚਾਰਨ ਹੈ ਉਹ ਹਰ ਵੇਲੇ ਚੱਲਦਾ ਰਹੇ। ਤਾਂ ਹਸਤ ਊਚ ਪ੍ਰੇਮ ਧਾਰਣੀ। ਤਾਂ ਇਸੇ ਪ੍ਰਕਾਰ ਜਦੋਂ ਪਹਿਲਾਂ ਲੋਕ ਮਾਲਾ ਦਾ ਅਭਿਆਸ ਕਰਦੇ ਸਨ ਤਾਂ ਇੱਕ ਗੁਥਲੀ ਜੀ ਰੱਖਦੇ ਹੁੰਦੇ ਸਨ, ਉਹ ਗਊ ਦੇ ਮੁੱਖ ਵਾਲੀ ਹੁੰਦੀ ਸੀ। ਉਹਦੇ ਵਿੱਚ ਬਾਕੀ ਸਾਰੀ ਮਾਲਾ ਲੁਕੀ ਰਹਿੰਦੀ ਸੀ, ਕੇਵਲ ਜਿਤਨੇ ਕੁ ਮਣਕੇ ਹੱਥ ਵਿੱਚ ਹੁੰਦੇ ਸਨ ਉਹੀ ਦਿਖਦੇ ਸਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਸਤ ਊਚ। ਹੁਣ ਉਸ ਗੁਥਲੀ ਤੁਸੀਂ ਕਾਹਦੀ ਬਣਾਉਣੀ ਹੈ? ਉਹ ਤਾਂ ਇੱਕ ਕੱਪੜੇ ਆਦਿਕ ਦੀ ਹੁੰਦੀ ਹੈ, ਤਾਂ ਉਸ ਨੂੰ ਗਊ ਮੁੱਖ ਵਰਗਾ ਬਣਾਇਆ ਹੁੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਕਿਹੜੀ ਗੁਥਲੀ ਧਾਰਨ ਕਰਨੀ? ਹਸਤ ਊਚ ਪ੍ਰੇਮ ਧਾਰਣੀ। ਭਾਵ ਕਿ ਅਗਰ ਰੱਬੀ ਗੁਣਾਂ ਦੇ ਅਭਿਆਸ ਕਰਨਾ, ਉਹਦਾ ਉਚਾਰਨ ਕਰਨਾ ਹੈ ਤਾਂ ਪ੍ਰੇਮ ਵਿੱਚ ਕਰਨਾ ਹੈ। ਹੁਣ ਮਨੁੱਖ ਪ੍ਰਮਾਣ ਪੁੱਛੇਗਾ ਕਿ ਰੱਬੀ ਗੁਣਾਂ ਦੀ ਸਾਧਨਾ ਕਿਵੇਂ ਆਏਗੀ। ਜਿਵੇਂ ਗੁਰਬਾਣੀ ਦਾ ਕੋਈ ਸ਼ਬਦ ਆਪ ਜੀ ਲੈ ਸਕਦੇ ਹੋ। ਰੋਜ਼ਾਨਾ ਅਕਸਰ ਅਸੀਂ ਰੋਜ਼ਾਨਾ ਸ਼ਬਦ ਪੜ੍ਹਦੇ ਹਾਂ ਸਤਿਗੁਰੂ ਸਾਹਿਬ ਜੀ ਦਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ। ਇਸ ਗੱਲ ਨੂੰ ਉਚਾਰਨ ਕਰਨਾ ਹੈ, ਪਰ ਕਰਨਾ ਪ੍ਰੇਮ ਦੇ ਨਾਲ ਹੈ। ਮਨ ਦੇ ਵਿੱਚ ਇੱਕ ਦੀਰਘ ਅਹਿਸਾਸ ਵੀ ਹੋਵੇ ਕਿ ਤੁਮ ਦਾਤੇ। ਹੁਣ ਤੁਮ ਦਾਤੇ ਕਹਿ ਦਿੱਤਾ ਹੈ, ਇਹ ਕਹਿੰਦਿਆਂ ਹੋਇਆਂ ਮਨ ਦੇ ਅੰਦਰ ਇਹ ਚਿੰਤਨ ਚੱਲੇ ਕਿ ਅਗਰ ਇਸ ਜ਼ੁਬਾਨ ਦੇ ਅੰਦਰ ਮਾਲਕ ਬੋਲ ਨਾ ਪਾਉਂਦਾ ਤਾਂ ਦਾਤੇ ਸ਼ਬਦ ਕਹਿਣ ਜੋਗੇ ਨਹੀਂ ਸੀ ਹੋਣਾ। ਦੁਨੀਆ ਦੇ ਬੜੇ ਐਸੇ ਮਨੁੱਖ ਨੇ, ਜ਼ੁਬਾਨ ਵੀ ਹੈ, ਆਵਾਜ਼ ਵੀ ਹੈ ਉਹਨਾਂ ਕੋਲ, ਪਰ ਉਹਨਾਂ ਦੀ ਕਹੀ ਹੋਈ ਆਵਾਜ਼ ਬੋਲ ਨਹੀਂ ਬਣਦੇ ਹਨ।
ਉਹ ਵਿਚਾਰੇ ਗੂੰਗੇ ਮਾਤਰ ਉਹਨਾਂ ਦੀ ਆਵਾਜ਼ ਰਹਿ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਜਦੋਂ ਤੁਮ ਦਾਤੇ ਕਹਿਣਾ ਹੈ ਉਦੋਂ ਉਹਦੇ ਦਾਤੇ ਹੋਣ ਦਾ ਅਹਿਸਾਸ ਦੇ ਨਾਲ ਤੇਰਾ ਰੋਮ ਰੋਮ ਭਰਿਆ ਹੋਵੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੁਮ ਦਾਤੇ, ਫਿਰ ਅੱਗੇ ਆਉਂਦਾ ਸ਼ਬਦ ਠਾਕੁਰ। ਠਾਕੁਰ ਦਾ ਭਾਵ ਕਿ ਉਹਦੇ ਮਾਲਕ ਹੋਣ ਦਾ, ਤੇਰੇ ਸਵਾਮੀ ਹੋਣ ਦਾ ਪੂਰਾ ਅਹਿਸਾਸ ਹੋਵੇ। ਤੂੰ ਦੇਖ ਕੇ ਮੇਰਾ ਜਨਮ, ਮੇਰੀ ਮ੍ਰਿਤੂ, ਮੇਰੇ ਸਵਾਸ, ਮੇਰੀ ਬੁੱਧੀ, ਸਾਰਾ ਕੁਝ ਉਸ ਮਾਲਕ ਦੇ ਅਧੀਨ ਹੈ। ਇਹ ਵੀ ਅਹਿਸਾਸ ਤੇਰੇ ਮਨ ਅੰਦਰ ਪੂਰਾ ਸਫੁਰ ਹੋਵੇ। ਅੱਗੇ ਆਵੇ ਪ੍ਰਤਪਾਲਕ, ਕਿ ਵੈਸੇ ਰਿਜਕ ਤੌਰ 'ਤੇ ਪ੍ਰਤਪਾਲਦਾ ਹੈ। ਫਿਰ ਜੇ ਉਸ ਤੋਂ ਅੱਗੇ ਜੇ ਗਿਆਨ ਦੀ ਜਗਿਆਸਾ ਜਾਗੇ ਤੇ ਫਿਰ ਸਤ ਸੰਗਤ ਦੁਆਰਾ ਉਹ ਮਾਲਕ ਗਿਆਨ ਦੀ ਬਖਸ਼ਿਸ਼ ਕਰਦਾ ਹੈ ਕਿ ਕਿਸੇ ਪ੍ਰਕਾਰ ਹਰ ਰੂਪ ਦੇ ਵਿੱਚ ਪ੍ਰਤਪਾਲਣਾ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਸਤ ਊਚ ਪ੍ਰੇਮ ਧਾਰਣੀ, ਭਾਵ ਕਿ ਜਦੋਂ ਰੱਬੀ ਗੁਣਾਂ ਦਾ ਉਚਾਰਨ ਕਰੋ, ਪਰਮੇਸ਼ਰ ਦੇ ਗੁਣਾਂ ਦੀ ਸਿਫਤ ਸਲਾਹ ਕਰੋ ਅਤੇ ਹਿਰਦੇ ਦੇ ਵਿੱਚ ਇੱਕ ਪ੍ਰੇਮ ਭਾਵਨਾ ਹੋਵੇ। ਅਤੇ ਹੁਣ ਇਹ ਪ੍ਰੇਮ ਭਾਵਨਾ ਕਦੋਂ ਜਾਗੇਗੀ? ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਸੰਸਾਰ ਦੇ ਵਿੱਚ ਜਿਨ੍ਹਾਂ ਨਾਲ ਸਾਡਾ ਪ੍ਰੇਮ ਪੈਂਦਾ, ਕੁਝ ਨਾ ਕੁਝ ਉਹਨਾਂ ਦਾ ਸਾਨੂੰ ਚੰਗਾ ਤਾਂ ਲੱਗਦਾ ਹੈ, ਕੋਈ ਉਹਨਾਂ ਦਾ ਗੁਣ, ਕੋਈ ਸ਼ਕਲ ਸੂਰਤ, ਜਾਂ ਨਾ ਵੀ ਕੁਝ ਸਪਸ਼ਟ ਹੋਵੇ ਤਾਂ ਵੈਸੇ ਉਹਨਾਂ ਦਾ ਹੋਣਾ ਹੀ ਚੰਗਾ ਲੱਗਦਾ ਕਿ ਹੈ। ਜਿਵੇਂ ਬੱਚੇ ਕੁਦਰਤੀ ਦੇਖ ਕੇ ਹਰੇਕ ਦਾ ਮਨ ਮੋਹਿਆ ਜਾਂਦਾ, ਉਹਨਾਂ ਦਾ ਹੋਣਾ ਹੀ ਮਨੁੱਖ ਨੂੰ ਚੰਗਾ ਲੱਗਦਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਸਾਨੂੰ ਅੱਜ ਦੇ ਸ਼ਲੋਕ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦੇ ਗੁਣਾਂ ਦਾ ਸਭ ਤੋਂ ਪਹਿਲਾਂ ਕੋਈ ਵਕਤੀ ਤੌਰ 'ਤੇ ਸਾਧਨਾ ਨਹੀਂ ਕਰਨ ਵੇਲੇ ਹਰ ਵੇਲੇ ਆਪਣੀ ਜ਼ੁਬਾਨ ਨੂੰ ਉਸ ਮਾਲਕ ਦੀ ਕੀਰਤੀ ਵੱਲ ਲਗਾਈ ਰੱਖਣਾ ਅਤੇ ਮਾਲਾ ਅਖੰਡ ਚੱਲਦੀ ਰਹਿਣੀ ਚਾਹੀਦੀ ਹੈ। ਅੱਗੇ ਫਰਮਾਉਂਦੇ ਨੇ ਹਸਤ ਊਚ ਪ੍ਰੇਮ ਧਾਰਣੀ, ਅਤੇ ਹਿਰਦੇ ਅੰਦਰ ਬੜੀ ਭਾਵਨਾ ਕਰਕੇ ਵੀ ਗੁਣ ਪੈਦਾ ਹੋਵੇ। ਇਸੇ ਪ੍ਰਕਾਰ ਕਿ ਜਦੋਂ ਜੇ ਮੰਨ ਲਾ ਬਾਹਰੀ ਤੌਰ 'ਤੇ ਤੇਰਾ ਅਭਿਆਸ ਚੱਲ ਰਿਹਾ ਹੈ, ਕਿਤੇ ਤੇਰਾ ਬਾਹਰੀ ਕਰਮ ਪਾਖੰਡ ਜਾਂ ਇੱਕ ਹਲਕਾ ਕਰਮ ਨਾ ਬਣ ਕੇ ਰਹਿ ਜੇ, ਇਸ ਕਰਕੇ ਆਪਣੇ ਹਿਰਦੇ ਅੰਦਰ ਪ੍ਰੇਮ ਭਾਵਨਾ ਨੂੰ ਵੀ ਦ੍ਰਿੜ ਕਰ ਲੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਇਸ ਪ੍ਰਕਾਰ ਦੀ ਕੋਈ ਮਾਲਾ ਧਾਰਨ ਕਰੇ ਤਾਂ ਜਿਹੀ ਭਣਿਜੋ ਉੱਤਮ ਸ਼ਲੋਕ ਉਦਾਹਰਣੰ ਨੈਨ ਨੰਦਨੀ, ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਜਿਹੀ ਭਣਿਜੋ, ਜ਼ੁਬਾਨ ਉੱਤਮ ਹੋ ਜਾਂਦੀ ਹੈ ਜਦੋਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੀ ਹੈ। ਹੁਣ ਸਤਿਗੁਰੂ ਸਾਹਿਬ ਜੀ ਆਨੰਦ ਸਾਹਿਬ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਉਸ ਵਿੱਚ ਜ਼ਿਕਰ ਆਉਂਦਾ ਇਹ ਰਸਨਾ ਤੂੰ ਆਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਹੁਣ ਇਸ ਵਾਕ ਨੂੰ ਹਰ ਕੋਈ ਮਨੁੱਖ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਸਮਝ ਸਕਦਾ ਹੈ। ਹਰੇਕ ਮਨੁੱਖ ਨੂੰ ਪਤਾ ਹੈ ਮੇਰੀ ਜ਼ੁਬਾਨ ਕਿਹੜੇ ਰਸ ਤੋਂ ਪ੍ਰਭਾਵਿਤ ਹੈ, ਕਿਹੜੇ ਰਸ ਦੀ ਬਾਰ-ਬਾਰ ਮੰਗ ਕਰਦੀ ਹੈ, ਔਰ ਉਸ ਰਸ ਦੀ ਕਿੰਨੀ ਵਾਰੀ ਪੂਰਤੀ ਕਰਨ ਦੇ ਬਾਵਜੂਦ ਵੀ ਇਹ ਜ਼ੁਬਾਨ ਅਜੇ ਰੱਜਣ ਦੇ ਵਿੱਚ ਨਹੀਂ ਆ ਰਹੀ ਹੈ। ਫਿਰ ਦੂਜੀ ਗੱਲ, ਹੁਣ ਕਈ ਮਨੁੱਖਾਂ ਦਾ ਸੰਤੁਲਨ ਬੜਾ ਬਾਕਮਾਲ ਹੁੰਦਾ ਹੈ। ਜੇ ਉਹ ਸੰਸਾਰ ਦੇ ਖਾਣ ਪੀਣ ਵਾਲੇ ਪਦਾਰਥਾਂ ਵਿੱਚੋਂ ਰਸ ਲੈਂਦੇ ਹਨ ਅਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਦਿਆਂ ਵੀ ਬੜਾ ਰਸ ਲੈਂਦੇ ਹਨ। ਅਖੰਡ ਕੀਰਤਨੀ ਜਥੇ ਦੇ ਪਹਿਲੇ ਮੁਖੀ ਹੋਏ ਨੇ ਭਾਈ ਰਣਧੀਰ ਸਿੰਘ ਜੀ, ਤਾਂ ਕਹਿੰਦੇ ਉਹਨਾਂ ਦੇ ਕੀਰਤਨ ਦੇ ਨਾਲ ਇੰਨਾ ਪ੍ਰੇਮ ਸੀ ਕਿ ਕਿਤੇ ਇੱਕ ਵਾਰੀ ਕਿਸੇ ਦੂਰ ਨਗਰ ਦੇ ਵਿੱਚ ਕੀਰਤਨ ਸਮਾਗਮ ਆਦਿ ਕਰਨ ਜਾ ਰਹੇ ਸਨ, ਤਾਂ ਜਿਸ ਟ੍ਰੇਨ ਦੁਆਰਾ ਜਾਣਾ ਸੀ ਉਹ 7-8 ਘੰਟੇ ਲੇਟ ਜ਼ਿਕਰ ਮਿਲਿਆ। ਉਹਨਾਂ ਦੇ ਨਾਲ ਦੇ ਬੜੇ ਪਰੇਸ਼ਾਨ ਹੋਏ ਕਿ ਹੁਣ 7-8 ਘੰਟੇ ਕੀ ਕਰਾਂਗੇ। ਤਾਂ ਉਹ ਕਹਿਣ ਲੱਗੇ ਕਰਨਾ ਕੀ ਹੈ, ਵਾਜਟ ਤਬਲਾ ਸਾਡੇ ਕੋਲ ਹੈ, ਤਾਂ ਖੋਲ੍ਹੋ ਤਾਂ ਬਸ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰਨਾ ਸ਼ੁਰੂ ਕਰ ਦਿਓ। ਉਹਨਾਂ ਉੱਥੇ ਹੀ ਰੱਬੀ ਕੀਰਤਨ ਦੀ ਧੁਨ ਛੇੜ ਦਿੱਤੀ, ਆਪ ਵੀ ਤਰੇ, ਹੋਰ ਵੀ ਸੁਣਨ ਵਾਲਿਆਂ ਦਾ ਉਧਾਰ ਹੋਇਆ। ਇਸੇ ਪ੍ਰਕਾਰ ਕਿ ਜਿਹਦੇ ਪ੍ਰੀਤ ਭਾਵਨਾ ਹਿਰਦੇ ਦੇ ਵਿੱਚ ਹੋਵੇ ਉਹ ਕਦੀ ਇਸ ਗੱਲ ਨੂੰ ਨਹੀਂ ਵਿਚਾਰਦਾ ਕਿ ਮੈਂ ਕਿਸ ਹਾਲਾਤ ਵਿੱਚ ਹਾਂ, ਕਿਵੇਂ ਦਾ ਨਹੀਂ ਹਾਂ। ਕੱਲ੍ਹ ਹੀ ਕਿਤੇ ਮੈਂ ਗੁਜ਼ਰ ਰਿਹਾ ਸੀ ਤਾਂ ਅੰਬਾਦਕ ਦਾ ਰੁੱਖ ਦੇਖਿਆ, ਤਾਂ ਜਿਹਨੂੰ ਕਹਿੰਦੇ ਆ ਕਿ ਗੁਰਬਾਣੀ ਦੇ ਨਾਲ ਤੁਹਾਡਾ ਹਿਰਦਾ ਜੁੜਿਆ ਹੋਵੇ, ਉਸ ਜੁੜੇ ਦੀ ਕੀ ਨਿਸ਼ਾਨੀ ਆਪਣੇ ਅਨੁਭਵ ਦੁਆਰਾ ਦੱਸਦਾ। ਅੰਬ ਦੇਖੇ ਵੈਸੇ ਤਾਂ ਉਹਦੀ ਪ੍ਰਾਪਤੀ ਦੀ ਇੱਛਾ ਸੀ ਕਿ ਕਿਸੇ ਤਰੀਕੇ ਨਾਲ ਪ੍ਰਾਪਤ ਹੁੰਦੇ, ਪਰ ਚਲੋ ਪ੍ਰਾਪਤ ਨਹੀਂ ਹੋਏ, ਤਾਂ ਮਨ 'ਚ ਇੱਕ ਭਾਵ ਸਫੁਰ ਹੋਇਆ ਆਪਣੇ ਆਪ। ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਸੁੱਤੇ ਸਿੱਧ ਚੇਤੇ ਆਇਆ। ਭਗਤ ਕਬੀਰ ਸਾਹਿਬ ਦੀ ਬਾਣੀ 'ਚ ਫਰਮਾਉਂਦੇ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕਉ ਬੀਚ ਨਾ ਖਾਹੀ ਕਾਂਬ। ਭਗਤ ਕਬੀਰ ਸਾਹਿਬ ਜੀ ਕਹਿੰਦੇ ਫਲ ਲੱਗ ਗਏ ਨੇ, ਫਲੀਆਂ ਅੰਬੀਆਂ ਲੱਗ ਗਈਆਂ ਨੇ, ਹੌਲੀ ਹੌਲੀਆਂ ਵੱਡੀਆਂ ਹੋ ਜਾਣਗੀਆਂ। ਤਾਂ ਕਹਿੰਦੇ ਪਰ ਕੋਈ ਐਸੇ ਵਿਰਲੇ ਹੋਣਗੇ ਜਿਹੜੇ ਪੂਰੀ ਤਰ੍ਹਾਂ ਪੱਕ ਕੇ ਕਿਸੇ ਰਸਕ ਦੇ ਪਾਸ ਪਹੁੰਚਣਗੇ, ਨਹੀਂ ਤਾਂ ਬੜੇ ਐਸੇ ਹੋਣਗੇ ਜਿਹੜੇ ਹਵਾ ਦੇ ਝੋਂਕਿਆਂ ਆਦਿਕ ਨਾਲ ਟੁੱਟ ਜਾਣਗੇ। ਇਹਨੂੰ ਕਹਿੰਦੇ ਗੁਰਬਾਣੀ ਦੁਆਰਾ ਹਿਰਦਾ ਸਫੁਰ ਕਰਨਾ। ਸ਼ੁਰੂ 'ਚ ਗੱਲ ਕੀਤੀ ਸੀ ਨਾ ਕਿ ਉਹ 1.25 ਲੱਖ ਮੰਤਰ ਦੇ ਜਾਪ ਨਾਲ ਇੱਕ ਇੱਕ ਮਣਕਾ ਸ਼ੁੱਧ ਕਰਦੇ ਨੇ। ਗੁਰਸਿੱਖ ਨੇ ਸਹਿਜ ਪਾਠ ਕਰਨਾ, ਬਾਣੀ ਪੜ੍ਹਨੀ, ਕੀਰਤਨ ਸੁਣਨਾ, ਬਾਣੀ ਦੀ ਵਿਚਾਰ ਸੁਣਨੀ ਹੈ।
कि जिन्ने तरह के असी रोज़ाना विचार करते हैं वो सारे साडे गुरबाणी ते केंद्रित हो जाण। जिवें उदाहरण के तौर पर कल कोई भी दृश देखो, कोई भी एक पक्ष की थोड़ा मैं गल कर रहा, मैं तो समुची गल कर रहा। भगत कबीर नामदेव साहब जी का किड्डा कमाल का वाक है। किसी दर्जी नूं कैंची कट्टदे देखो तो वो कहते हैं, मन मेरो गज जिहबा मेरी काती मप मप काटो जम की फांसी। इत्थे थोड़े आवारा बलद देखदा बड़े बजुर्ग हो गए ने ਤਾਂ ਤੁਰਿਆ ਵੀ ਨਹੀਂ ਜਾਂਦਾ, ਤਾਂ ਉਹਨਾਂ ਨੂੰ ਦੇਖ ਕੇ ਇੱਕ ਹਾਲਤ ਤਾਂ ਉਹਨਾਂ ਦੀ ਵੀ ਯਾਦ ਆਉਂਦੀ ਹੈ। ਗੁਰਬਾਣੀ ਦਾ ਉਪਦੇਸ਼ ਵੀ ਜਾਗਦਾ, ਜਿਵੇਂ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਸਾਰਾ ਦਿਨ ਕਈ ਐਸੇ ਥੋੜ੍ਹੇ ਅਸ਼ਰਦਕ ਲੋਕ ਮਿਲ ਜਾਂਦੇ ਨੇ ਜੀ, ਸਾਰਾ ਦਿਨ ਮਨੁੱਖ ਗੁਰਬਾਣੀ ਨਾਲ ਕਿਵੇਂ ਜੁੜਿਆ ਰਹਿ ਸਕਦਾ। ਮੈਂ ਕਿਹਾ ਜੁੜਿਆ ਰਹਿ ਸਕਦਾ ਜਿਹਨੂੰ ਗੁਰਬਾਣੀ ਦੇ ਨਾਲ ਆਪਣਾ ਹਿਰਦਾ ਜੋੜਨਾ ਆ ਜਾਏ, ਜਿਹਨੂੰ ਨਹੀਂ ਜੋੜਨਾ ਆਉਂਦਾ ਉਹਦਾ ਨਹੀਂ ਜੋੜ ਸਕਦਾ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਹਸਤ ਊਚ ਪ੍ਰੇਮ ਧਾਰਣੀ ਜਿਹੀ ਭਣਿਜੋ। ਜਿਵੇਂ ਉਦਾਹਰਨ ਦੇ ਤੌਰ 'ਤੇ ਜ਼ੁਬਾਨ ਦੇ ਉੱਪਰ ਮਿੱਠਾ ਰੱਖੀਏ, ਤੱਤ ਛਿਨ ਦੱਸ ਦਿੰਦੀ ਹੈ ਕਿ ਮਿੱਠਾ ਹੈ। ਕੋਈ ਕੁੜੱਤਣ ਵਾਲਾ ਪਦਾਰਥ ਚੱਖੀਏ, ਤੱਤ ਛਿਨ ਦੱਸ ਦਿੰਦੀ ਹੈ। ਇੱਕ ਜਿੰਨਾ ਤੱਤਾ ਠੰਡਾ ਗਰਮ ਜੋ ਵੀ ਮਿੱਠਾ ਕੌੜਾ ਹੈ, ਜ਼ੁਬਾਨ ਬਹੁਤਾ ਸਮਾਂ ਨਹੀਂ ਲਗਾਉਂਦੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਸਾਡੀ ਜ਼ੁਬਾਨ ਰੱਬੀ ਗੁਣਾਂ ਦੇ ਗਿਆਨ ਨਾਲ ਰਸ ਨਾਲ ਭਰਪੂਰ ਹੋ ਜਾਂਦੀ ਹੈ, ਫਿਰ ਇਹ ਉਹੀ ਰਸ ਚੱਖਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜਿਹੀ ਭਣਿਜੋ ਉੱਤਮ ਸਲੋਕ। ਸਭ ਤੋਂ ਜ਼ੁਬਾਨ ਦਾ ਉੱਤਮ ਕਰਮ ਕੀ ਹੈ ਕਿ ਇਹ ਪਰਮੇਸ਼ਰ ਦੇ ਗੁਣਾਂ ਦਾ ਅਭਿਆਸ ਕਰਦੀ ਜਾਵੇ। ਇਹਦੇ ਨਾਲ ਕੀ ਹੋਏਗਾ, ਉਦਰਣੰ ਨੈਨ ਨੰਦਨੀ, ਕਿ ਜਿਹੜੀ ਸਾਰੇ ਸੰਸਾਰ ਨੂੰ ਮੋਹਿਤ ਕਰਨ ਵਾਲੀ ਮਾਇਆ ਹੈ ਉਹਦੇ ਤੋਂ ਉਧਾਰ ਹੋ ਜਾਏਗਾ ਅਤੇ ਮਨੁੱਖ ਗੁਰੂ ਸ਼ਬਦ ਦੇ ਤਲ ਤੋਂ ਜਾਗ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜਿਵੇਂ ਬਾਵਨ ਬਾਣੀ 'ਚ ਫਰਮਾਉਂਦੇ ਹਨ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਜਦ ਸਤਿਗੁਰੂ ਕਾ ਪਾਵਨ ਮੁਖਵਾਸ ਸਾਹ ਰਸਨਾ ਜਲ ਜਾਓ ਜਿਨਾ ਹਰ ਕਾ ਸੁਆਓ ਨਾ ਪਾਇਆ। ਜਾਂ ਸਤਿਗੁਰੂ ਸਾਹਿਬ ਜੀ ਸਾਨੂੰ ਯਾਦ ਕਰਵਾਉਂਦੇ ਨੇ, ਰੰਗੀਲੇ ਜਿਹਬਾ ਹਰ ਕੈ ਨਾਏ ਸੋ ਰੰਗ ਰੰਗੀਲੇ ਹਰ ਹਰ ਧਿਆਏ। ਇਸੇ ਪ੍ਰਕਾਰ ਹੁਣ ਦੋ ਗੱਲਾਂ ਨੇ, ਕਈ ਮਨੁੱਖਾਂ ਨੂੰ ਆਪਣੀ ਜ਼ੁਬਾਨ ਦਾ ਪ੍ਰਯੋਗ ਵੀ ਕਰਨਾ ਨਹੀਂ ਆਉਂਦਾ। ਹੁਣ ਉਦਾਹਰਨ ਦੇ ਤੌਰ 'ਤੇ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਬਹੁਤ ਉੱਤਮ ਗੱਲ ਹੈ, ਪਰ ਬਹੁਤ ਐਸੇ ਘੱਟ ਹੋਣਗੇ ਜਿਨ੍ਹਾਂ ਨੂੰ ਬਾਣੀ ਦਾ ਗਾਇਨ ਕਰਨਾ ਆਉਂਦਾ ਹੋਵੇ। ਜੇ ਤੇ ਰਾਗ ਦੇ ਸਹਿਤ ਕਰਨਾ ਆਉਂਦਾ ਫਿਰ ਤਾਂ ਗੱਲ ਬੜੀ ਉੱਤਮ ਹੈ, ਮਹਾ ਉੱਤਮ ਹੈ। ਪਰ ਵੈਸੇ ਵੀ ਜੇ ਇੱਕ ਕੁਦਰਤੀ ਸੰਗੀਤਕ ਧੁਨ ਦੇ ਨਾਲ ਬਾਣੀ ਦਾ ਉਚਾਰਨ ਕਰਨਾ ਆਵੇ ਤਾਂ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਉੱਤਮ ਗੱਲ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ, ਜਿਹੀ ਭਣਿਜੋ ਉੱਤਮ ਸਲੋਕ। ਇਸ ਕਰਕੇ ਦੇਖੋ ਕਿ ਆ ਪੰਛੀ ਵੀ ਗਾਉਂਦੇ ਨੇ, ਇਹਨਾਂ ਦੇ ਕੋਲ ਵੀ ਜ਼ੁਬਾਨ ਹੈ, ਮੇਰੇ ਕੋਲ ਵੀ ਜ਼ੁਬਾਨ ਹੈ। ਘੱਟੋ ਘੱਟ ਕਦੀ ਦਾ ਸ਼ਬਦ ਗਾ ਕੇ ਦੇਖਾਂ ਗੁਰਬਾਣੀ ਦਾ ਕਿ ਜੀਵਨ ਦੇ ਵਿੱਚ ਕਿਹੋ ਜਿਹਾ ਰਸ ਪਨਪਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਉਦਾਹਰਣੰ ਨੈਨ ਨੰਦਨੀ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ। ਤਾਂ ਸਤਿਗੁਰੂ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਇੱਕ ਹੋਰ ਗੋਹਜ ਨੁਕਤੇ 'ਤੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹੀਏ ਤਾਂ ਮੇਰੀ ਜਾਚੇ ਕੋਈ ਐਸਾ ਵਾਕ ਸਾਨੂੰ ਨਹੀਂ ਪ੍ਰਾਪਤ ਹੁੰਦਾ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਸੰਸਾਰ ਦੇ ਕਿਸੇ ਪੁਰਖ ਨੂੰ ਕੋਈ ਇਸ ਤਰ੍ਹਾਂ ਦਾ ਬੁਰਾ ਭਲਾ ਆਖਿਆ ਹੋਵੇ। ਪਰ ਇੱਕ ਜਗ੍ਹਾ ਸਤਿਗੁਰੂ ਸਾਹਿਬ ਜੀ ਦਾ ਐਸਾ ਵਾਕ ਮਿਲਦਾ, ਝੱਜੈ ਕਦੇ ਨਾ ਝੂਰੇ ਮੂੜੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰੂ ਬਾਝੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ। ਇੱਥੋਂ ਤੱਕ ਸਤਿਗੁਰੂ ਵਾਕ ਆਖਦੇ ਹਨ। ਤਾਂ ਹੁਣ ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਗੁਰਮੰਤਰ ਹੀਣਸ ਜੋ ਪ੍ਰਾਣੀ। ਉਹ ਇਨਸਾਨ ਜਿਨ੍ਹਾਂ ਨੂੰ ਅਜੇ ਤੱਕ ਗੁਰਮੰਤਰ ਨਹੀਂ ਪ੍ਰਾਪਤ ਕੀਤਾ, ਗੁਰੂ ਕੀ ਸਿੱਖਿਆ ਨੂੰ ਪ੍ਰਾਪਤ ਨਹੀਂ ਕੀਤਾ, ਗੁਰੂ ਕੀ ਸਿੱਖਿਆ ਨੂੰ ਸਮੁੱਚੇ ਉਪਦੇਸ਼ ਰੂਪ ਦੇ ਵਿੱਚ ਧਾਰਨ ਕਰਕੇ ਵਾਚ ਕੇ ਸਮਝ ਕੇ ਪਰਣਾਇਆ ਨਹੀਂ। ਗੁਰੂ ਸਾਹਿਬ ਜੀ ਕਹਿੰਦੇ, ਤ੍ਰਿਗੰਤ ਜਨਮ ਭ੍ਰਸ਼ਟਣ ਹੈ। ਉਹਨਾਂ ਇਨਸਾਨਾਂ ਦਾ ਜਨਮ ਤ੍ਰਿਗਾਕਾਰ ਹੈ, ਭ੍ਰਸ਼ਟਣਯੋਗ ਹੈ, ਜਿਹੜੇ ਗੁਰਮੰਤਰ ਦੇ ਉਪਦੇਸ਼ ਤੋਂ ਵਿਹੂਣੇ ਹਨ। ਹੁਣ ਗੁਰਮੰਤਰ ਦੇ ਉਪਦੇਸ਼ ਵਿੱਚ ਵੀ ਕਈ ਰਾਵਾਂ ਚੱਲਦੀਆਂ ਨੇ, ਬੜੇ ਕਈ ਮਤ ਵਿਭੇਦ ਚੱਲਦੇ ਨੇ। ਪਰ ਸਿੱਧੀ ਜੀ ਗੱਲ ਹੈ ਕਿ ਜਿਸ ਮਨੁੱਖ ਨੂੰ ਪ੍ਰੇਮ ਦੀ ਖੇਡ ਆਉਂਦੀ ਹੈ ਉਹ ਹਰ ਪੱਧਰ 'ਤੇ ਹਰ ਗੱਲ ਨੂੰ ਅਪਣਾ ਲੈਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਮੈਂ ਹਰ ਤਰ੍ਹਾਂ ਦੇ ਵਿਚਾਰ ਦਾ ਧਾਰਨੀ ਹਾਂ। ਕੋਈ ਮੈਨੂੰ ਕਹੇ ਗੁਰਮੰਤਰ ਕੇਵਲ ਵਾਹਿਗੁਰੂ ਹੈ, ਮੇਰੇ ਲਈ ਉਹ ਵੀ ਪ੍ਰਵਾਨ ਹੈ। ਕੋਈ ਮੈਨੂੰ ਕਹੇ ਕਿ ਇਹ ਮੂਲ ਮੰਤਰ ਹੈ, ਇਹੀ ਗੁਰਮੰਤਰ ਹੈ, ਮੇਰੇ ਲਈ ਉਹ ਵੀ ਪ੍ਰਵਾਨ ਹੈ। ਕੋਈ ਮੈਨੂੰ ਕਹੇ ਕਿ ਸਮੁੱਚੀ ਬਾਣੀ ਗੁਰਮੰਤਰ ਹੈ, ਮੇਰੇ ਲਈ ਉਹ ਵੀ ਪ੍ਰਵਾਨ ਹੈ। ਅਤੇ ਕੋਈ ਮੈਨੂੰ ਇਹ ਕਹੇ ਕਿ ਕਿਸੇ ਦੂਜੇ ਧਰਮ ਦੀ ਜਾਂ ਕੋਈ ਗਿਆਨ ਦੀ ਗੱਲ ਜਿਹੜੀ ਮੈਨੂੰ ਮੇਰੇ ਗੁਰੂ ਦੀ ਯਾਦ ਹਿਰਦੇ 'ਚ ਦ੍ਰਿੜ ਕਰਵਾ ਦੇਵੇ, ਉਹ ਵੀ ਮੇਰੇ ਲਈ ਗੁਰਮੰਤਰ ਹੈ।
ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਗੁਰਮੰਤਰ ਹੀਣस्य ਜੋ ਪ੍ਰਾਣੀ, ਜਿਹੜਾ ਗੁਰੂ ਮੰਤਰ ਤੋਂ ਹੀਣਾ ਹੈ। ਹੁਣ ਇਹਦੇ ਵੀ ਦੋ ਨੁਕਤੇ ਹਨ। ਵੈਸੇ ਸਤਿਗੁਰੂ ਸਾਹਿਬਾਨਾਂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਸਤਨਾਮ ਦੀ ਰੀਤ ਚਲਾਈ ਤਾਂ ਇਹ ਬਾਕਾਇਦਾ ਤਾਕੀਦਗੀ ਕੀਤੀ ਸੀ। ਜਨਮ ਸਾਖੀਆਂ 'ਚ ਐਸੇ ਬਚਨ ਮਿਲਦੇ ਨੇ ਕਿ ਸਿੱਖ ਪਹਿ ਰਾਤ ਜਾ ਕੇ, ਕਿਉਂਕਿ ਉਦੋਂ ਅਜੇ ਪੂਰੀ ਬਾਣੀ ਦਾ ਵਿਧਾਨ ਨਹੀਂ ਸੀ ਰਚਿਆ ਗਿਆ, ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਗੁਰ ਸ਼ਬਦ ਦਾ ਅਭਿਆਸ ਕਰੇ। ਅਤੇ ਉਰੋਂ ਗੁਰ ਸ਼ਬਦ, ਕਿਉਂਕਿ ਗੁਰਸਿੱਖ ਭੋਲੇ ਭਾਵ ਵਾਲੇ ਹੁੰਦੇ ਸਨ, ਤਾਂ ਉਹ ਮੂਲ ਮੰਤਰ ਆਦਿਕ ਦਾ ਅਭਿਆਸ ਕਰਦੇ ਸਨ। ਤਾਂ ਇਹਦੇ ਗਾੜੀ ਅੱਗੇ ਜਾ ਕੇ ਫਿਰ ਗੁਰਸਿੱਖਾਂ ਨੇ ਵਾਹਿਗੁਰੂ ਗੁਰਮੰਤਰ ਦੀ ਸ਼ਬਦ ਸਾਧਨਾ ਵੀ ਜੋੜ ਦਿੱਤੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੀਣस्य, ਹੁਣ ਇਸ ਨੂੰ ਦੋ ਤਰੀਕਿਆਂ ਦੇ ਨਾਲ ਮਨੁੱਖ ਪ੍ਰਾਪਤ ਕਰ ਸਕਦਾ। ਇੱਕ ਜਿਵੇਂ ਹਨ ਜਿਹੜੇ ਸਮਝਦੇ ਹਨ ਕਿ ਅੰਮ੍ਰਿਤ ਕੀ ਦਾਤ ਲੈ ਕੇ ਬਾਕਾਇਦਾ ਜਦੋਂ ਪੰਜ ਪਿਆਰੇ ਸਾਹਿਬਾਨ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਾਉਂਦੇ ਹਨ, ਉਹਨੂੰ ਗੁਰਮੰਤਰ ਦਾ ਉਪਦੇਸ਼ ਸਮਝ ਕੇ ਪ੍ਰਾਪਤ ਕਰਕੇ ਬਖਸ਼ਿਸ਼ ਰੂਪ ਦੇ ਵਿੱਚ ਸਾਰੀ ਜ਼ਿੰਦਗੀ ਅਭਿਆਸ ਕਰੇ। ਦੂਜਾ ਮਨੁੱਖ ਹੈ ਜਿਹੜਾ ਅੰਮ੍ਰਿਤ ਕੀ ਦਾਤ ਦੁਆਰਾ ਜੇ ਦੀਖਿਤ ਨਹੀਂ ਹੋਣਾ ਚਾਹੁੰਦਾ, ਪਰ ਉਹ ਭਾਵਨਾ ਕਰਕੇ ਗੁਰ ਉਪਦੇਸ਼ ਨਾਲ ਜੁੜਨਾ ਚਾਹੁੰਦਾ ਹੈ, ਇਹ ਉਹਦੇ ਲਈ ਵੀ ਆਪਣੇ ਆਪ ਦੇ ਵਿੱਚ ਉਚਿਤ ਹੈ। ਪਰ ਜਿਹੜੀ ਸਟੀਕ ਗੱਲ ਹੈ ਉਹ ਹੈ ਕਿ ਅੰਮ੍ਰਿਤ ਕੀ ਦਾਤ ਗ੍ਰਹਿਣ ਕਰਕੇ ਅਗਰ ਸ਼ਬਦ ਦਾ ਅਭਿਆਸ ਕੀਤਾ ਜਾਏ ਤਾਂ ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ, ਹੋਰ ਅਨੇਕਾਂ ਗੁਰਸਿੱਖਾਂ ਦੇ ਐਸੇ ਬਚਨ ਮਿਲਦੇ ਹਨ ਕਿ ਸਤਿਗੁਰੂ ਕੀ ਦੀਖਿਆ ਨੂੰ ਪ੍ਰਾਪਤ ਕੀਤਾ ਹੋਇਆ ਜਿਹੜਾ ਗੁਰਸਿੱਖ ਹੁੰਦਾ ਹੈ ਉਹਦੀ ਸਾਧਨਾ ਦਾ ਵਧੀਕ ਫਲ ਬਣਦਾ, ਭਾਵੇਂ ਥੋੜ੍ਹੀ ਜਿਹੀ ਵੀ ਕਰੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਗੁਰਮੰਤਰ ਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨਹਿ। ਕਹਿੰਦੇ ਜਿਨ੍ਹਾਂ ਨੂੰ ਗੁਰਮੰਤਰ ਦੀ ਅਜੇ ਤੱਕ ਸਿੱਖਿਆ ਦਾ ਪਤਾ ਨਹੀਂ ਲੱਗਿਆ, ਜਿਹੜੇ ਗੁਰੂ ਕੇ ਉਪਦੇਸ਼ ਤੋਂ ਅਜੇ ਤੱਕ ਜਾਣੂ ਨਹੀਂ ਹਨ, ਜਾਂ ਜਿਨ੍ਹਾਂ ਨੇ ਪ੍ਰਾਪਤ ਕਰਨ ਦਾ ਯਤਨ ਹੀ ਨਹੀਂ ਕੀਤਾ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਜਨਮ ਤ੍ਰਿਗਾਕਾਰ ਹੈ, ਜਿਹਨੂੰ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਲਾਹਨਤਯੋਗ ਆਖਦੇ ਹਾਂ। ਤਾਂ ਹੁਣ ਇਸ ਦਾ ਕਾਰਨ ਕੀ ਹੈ? ਤਾਂ ਗੁਰੂ ਹੁਣ ਦੂਜੀ ਇਹਦੇ ਵਿੱਚ ਇੱਕ ਹੋਰ ਨੁਕਤਾ ਹੈ। ਜਿਵੇਂ ਅੱਜ ਕੱਲ੍ਹ ਲੋਕ ਜਿਵੇਂ ਹੋਰ ਮੱਤਾਂ ਦੇ ਨਾਲ ਜੁੜਦੇ ਨੇ, ਤਾਂ ਉਹ ਆਪਣੇ ਜੀਵਨ ਨੂੰ ਕਈ ਵਾਰੀ ਇੱਥੇ ਹੀ ਕੰਪਲੀਟ ਸਮਝ ਲੈਂਦੇ ਨੇ ਕਿ ਸਾਨੂੰ ਜੀ ਗੁਰਮੰਤਰ ਦੀ ਪ੍ਰਾਪਤੀ ਹੋ ਗਈ ਹੈ। ਤਾਂ ਜੇ ਇਸ ਤਰ੍ਹਾਂ ਦੀ ਪ੍ਰਾਪਤੀ ਹੋਵੇ ਤਾਂ ਫਿਰ ਤਾਂ ਐਸੇ ਗਿਆਨੀ ਵੀ ਸਾਡੇ ਸਿੱਖ ਪੰਥ 'ਚ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਪੂਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਕੰਠ ਹੈ। ਫਿਰ ਤਾਂ ਉਹਨਾਂ ਦਾ ਜੀਵਨ ਬੜਾ ਉੱਚਾ ਹੋ ਗਿਆ, ਸਮਝ ਲੈ ਜਾਵਾਂਗੇ। ਪਰ ਗੁਰੂ ਸਾਹਿਬ ਜੀ ਕਹਿੰਦੇ ਕੇਵਲ ਗੁਰਮੰਤਰ ਪ੍ਰਾਪਤ ਕਰਨਾ ਨਹੀਂ, ਗੁਰਮੰਤਰ ਨੂੰ ਪ੍ਰਾਪਤ ਕਰਕੇ ਆਤਮਸਾਤ ਕਰਕੇ ਆਪਣੇ ਜੀਵਨ ਦੇ ਵਿੱਚ ਰੋਮ ਰੋਮ ਕਰਕੇ ਧਾਰਨ ਕਰ ਲੈਣਾ, ਇਹ ਸਭ ਤੋਂ ਉੱਤਮ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਰੋਜ਼ਾਨਾ ਸਾਰੇ ਕਥਾ ਸ਼ਰਵਣ ਕਰਦੇ ਹਾਂ, ਇਹ ਆਪਣੇ ਆਪ ਦੇ ਵਿੱਚ ਉੱਤਮ ਗੱਲ ਹੈ। ਕੋਈ ਕਵੇ ਸ਼ਰਵਣ ਕਰ ਲੈਣਾ ਹੀ ਉੱਤਮ ਹੈ, ਪਰ ਇਸ ਤੋਂ ਅਗਲੀ ਉੱਤਮ ਗੱਲ ਹੈ ਜੇ ਇਹਦਾ ਅਭਿਆਸ ਕੀਤਾ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜਾ ਮਨੁੱਖ ਗੁਰਮੰਤਰ ਤੋਂ ਹੀਣਾ ਹੈ, ਤ੍ਰਿਗੰਤ ਜਨਮ ਭ੍ਰਸ਼ਟ ਨਹਿ, ਉਹ ਜਨਮ ਤ੍ਰਿਗਾਕਾਰ ਹੈ। ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕੂਕਰ ਹੈ ਸੂਕਰ ਹੈ ਗਰਦ ਬਹਿ ਕਾਕ ਹੈ ਸਰਪ ਨਹਿ ਤੁਲ ਖਲ ਹੈ। ਤਾਂ ਸਾਡੇ ਭਾਰਤੀ ਸਮਾਜ ਜਾਂ ਪੰਜਾਬ ਆਦਿਕ ਦੇਸ਼ ਦੇ ਵਿੱਚ ਕਾਂ, ਸੂਰ, ਗਧਾ, ਤਾਂ ਇਸੇ ਪ੍ਰਕਾਰ ਸੱਪ ਆਦਿਕ ਜਿਹੜੇ ਜਾਨਵਰ ਹਨ ਕੋਈ ਬਹੁਤੇ ਸ਼ੁਭ ਨਹੀਂ ਮੰਨੇ ਜਾਂਦੇ। ਪਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਮਨੁੱਖ ਨੇ ਗੁਰਮੰਤਰ ਧਾਰਨ ਨਹੀਂ ਕੀਤਾ, ਗੁਰਮੰਤਰ ਦਾ ਅਭਿਆਸ ਨਹੀਂ ਕਰਦਾ, ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਜੂਨਾਂ ਤੋਂ ਵੀ ਨਿਖੇਧ ਹੈ, ਕੂਕਰ ਤੋਂ, ਕੁੱਤੇ ਤੋਂ ਵੀ ਉਹਦਾ ਨਿਖੇਧ ਹੈ। ਕਿਉਂਕਿ ਕੁੱਤੇ ਦੇ ਵਿੱਚ ਵੀ ਇੱਕ ਗੁਣ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕੇ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਿ ਉਹ ਭਾਵੇਂ ਭੋਜਨ ਮਿਲੇ ਜਾਂ ਨਾ ਮਿਲੇ, ਜਿਵੇਂ ਮਰਜ਼ੀ ਹੋਵੇ, ਕਦੀ ਆਪਣੇ ਸਵਾਮੀ ਦਾ ਗ੍ਰਹਿ ਨਹੀਂ ਛੱਡਦਾ, ਸਦਾ ਦਰਾਂ ਵਿੱਚ ਬਹਿੰਦਾ ਹੈ, ਕਦੀ ਨਿੱਜ ਘਰ ਦੇ ਵਿੱਚ ਵੜਨ ਦਾ ਯਤਨ ਨਹੀਂ ਕਰਦਾ, ਔਰ ਸਾਰੀ ਰਾਤ ਭਰ ਜਾ ਕੇ ਰਾਖੀ ਕਰਦਾ ਹੈ। ਇਸੇ ਪ੍ਰਕਾਰ ਵਫਾਦਾਰੀ ਦਾ ਗੁਣ ਕੁੱਤੇ ਦੇ ਅੰਦਰ ਮੰਨਿਆ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜਾ ਗੁਰਮੰਤਰ ਤੋਂ ਹੀਣਾ ਮਨੁੱਖ ਹੈ, ਉਹਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਕੋਈ ਵਫਾਦਾਰੀ ਨਹੀਂ ਪੈਦਾ ਹੁੰਦੀ ਕਿ ਜਿਨ੍ਹੇ ਮੇਰੇ ਜੀਵਨ ਨੂੰ ਸਾਜਿਆ ਘੜਿਆ ਹੈ ਉਹਦਾ ਕੋਈ ਸ਼ੁਕਰਾਨਾ ਕਰਾਂ ਗੁਰਮੰਤਰ ਨੂੰ ਧਾਰਨ ਕਰਕੇ। ਕਹਿੰਦੇ ਉਹਦੇ ਅੰਦਰ ਕਿਸੇ ਪ੍ਰਕਾਰ ਦਾ ਵੀ ਇਹ ਵੀ ਗੁਣ ਪੈਦਾ ਨਹੀਂ ਹੁੰਦਾ ਹੈ। ਇਸ ਕਰਕੇ ਉਹ ਕੂਕਰ ਤੋਂ ਵੀ ਨਿਖਿੱਧ ਹੈ। ਸੂਕਰ ਹੈ, ਅਤੇ ਸੂਕਰ ਦਾ ਭਾਵ ਹੁੰਦਾ ਸੂਰ। ਤਾਂ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸੂਰ ਦਾ ਵੀ ਗੁਣ ਗਣਾਇਆ। ਭਗਤ ਕਬੀਰ ਸਾਹਿਬ ਜੀ ਸਲੋਕਾਂ ਵਿੱਚ ਆਖਦੇ ਨੇ ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਸ਼ਾ ਗਾਓ ਸਾਖਤ ਵਪਰਾ ਮਰ ਗਿਆ ਕੋਏ ਨਾ ਲਹਿ ਨਾਉ। ਕਿ ਇੱਕ ਗੁਰਮੰਤਰ ਤੋਂ ਹੀਣੇ ਬੰਦੇ ਦੇ ਲਈ ਤਾਂ ਸੂਰ ਚੰਗਾ ਹੈ, ਜਿਹੜਾ ਘੱਟੋ ਘੱਟ ਸਾਰੇ ਨਗਰ ਦੀ ਗੰਦਗੀ ਖਾ ਕੇ ਹਜਮ ਕਰਕੇ ਅਤੇ ਨਗਰ ਨੂੰ ਸਾਫ਼ ਰੱਖਦਾ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਗੁਰਮੰਤਰ ਤੋਂ ਹੀਣਾ ਇਨਸਾਨ ਸੂਰ ਤੋਂ ਵੀ ਭੈੜਾ ਹੈ,
क्योंकि हर वेले विकारां दा गंद आले दुआले दे विच फैलाउंदा रहिंदा है, गर्द बहे। तां इसे प्रकार गुरु साहिब जी कहंदे गधे तो भी नखिद्ध है। सतगुरु साहिब जी जिवें गधे का की गुण मन्निया जाता है कि गधा संतोखी सुभाव वाला है। आम करके जिहड़े गधिਆਂ ਨੂੰ पालते हैं वो सारा दिन उन्हां तो काम लेंदे हन, शाम वेले कोई ठीक तरह चारा नहीं पाउंदे, खुला छड्ड दिंदे ने, वो आपे ही चर चुर के अपना गुजारा कर लैंदा है। दूजा खोते गधे दे अंदर मालक की पछाण दा बड़ा हुंदा है। एक वारी भार लद के उहदे उपर उसनूं वरतन वाला ते जिस दशा वाल भार लिजाना हुंदा, एक वारी उहदी वाग फड़ के अगों फड़ के उहनूं रस्ता दिखा आउंदा है, फिर भावें सारा दिन उहदे ते वो काम चलाई जाओ, वो कदी रस्ते विच भटकदा नहीं। तीजा गधे दे विच गुण है, गधे नूं अपने मालक की पछाण हुंदी है। किन्नी भी भीड़ दे विच होवे ना, जिवें कदी शहरां दे विच अंमृतसर मैं इस तरह देखिया होया, बाकायदा कदी भुलेखा नहीं पैंदा गधे नूं कि दूजे मालक दे कोल जाके खड़ जाए, जिथे उहदा स्टैंड जिहा बणिया हुंदा उत्थे जाके ही खड़दा है। तां गुरु साहिब जी कहंदे इसे प्रकार वो गधे तो भी हीणा है। वो मनुख जिहड़ा गुरमंत्र दा अभ्यास नहीं करदा, गुरमंत्र दा धारनी नहीं है, क्योंकि उन्होंने इतनियां दातां माणदियां होइयां भी मालक की पछाण नहीं आ रही, इतनियां दातां पुंचदियां होइयां भी उहदे अंदर सबर संतोख नहीं पैदा हो रहा। इस करके मनुख गधे तो भी हीणा है। काकहे का संस्कृत दे विच ਕਾਂ नूं काक आखदे हन, काकह। तो इस प्रकार गुरु साहिब जी कहंदे ਕਾਂ तो भी हीणा है। हुण ਕਾਂ दे अंदर की गुण मन्निया जांदा है? बाकी सारे पंछी सामने मैथुन करते हैं, ਕਾਂ कदी सामने मैथुन नहीं करता। दूजा ਕਾਂ का गुण है कि इसनूं शुभ सूचक मन्निया जाता है। दूजा ਕਾਂ अपने कबीले का भला करने वाला मन्निया जाता है। जद कदे थोड़ा जिहा कोई प्राप्त हो जाए तो उच्ची उच्ची आवाज़ मार के सारिਆਂ ਨੂੰ पास बुला लेंदा है। तो इस प्रकार गुरु दूजी गल ਕਾਂ तो दिशा का भी पता लगता है। आम लोग ਮੰਨਦੇ ਨੇ कि जदों ਕਾਂ बोलता है तो ये मक्के वाल करके बोलता है। तो गुरु साहिब जी कहते ਕਾਂ नालों भी नखिद्ध जीवन है गुरमंत्र तो हीणे प्राणी का। अगे फरमाउंदे हन सरप ने, कहते सप तो भी निकम्मा जीवन है गुरमंत्र तो हीणे प्राणी का। सप का की गुण मन्निया जाता है? सप के अंदर जहर हुंदी है, पर जोगी जद कदे बीन वजावे तो जिहड़ा सप है वो वस दे विच हो जाता है। पर कहते जिहड़ा गुरमंत्र तो हीणा बंदा भावें कितनी ज्ञान की गल सुना ली जाए, ਉਹਦਾ मन आकी ही रहिंदा है, गुरु उपदेश तो हीणा ही रहिंदा है। तो गुरु साहिब जी कहते इस प्रकार सरप ने इन्हां जूनां तो भी निखिद्ध है वो प्राणी जिहड़ा गुरमंत्र का अभ्यास नहीं करता। तो गुरु साहिब जी कहते तुल खले इन्हां दे बराबर है, इन्हां तो भी निखिद्ध है। ये सारी तुलना सानू सतगुरु गुरु अर्जन साहब जी ने तां समझाई है कि गुरमंत्र का अभ्यास पैदा हो जाए। अज का जितना मैं सिख समाज देखदा, जरा जिन्ना मनुख नूं बाणी की विचार करनी आ जाए ना, थोड़े बाणी दे अर्थ पता लग जाण, तो पंजवें सतवें दिन ही वाहिगुरू मंत्र के अभ्यास नूं, मूल मंत्र के अभ्यास नूं रद्द करन ते तुर पैंदा है जी, ये ठीक नहीं है, ये इस तरह नहीं है। तो पर जदों गुरबाणी हुण जो गुरबाणी गुरु रामदास साहब जी के वचन पढ़ते हैं, भलके उठ हर नाम ध्यावै, उत्थे पढ़िया नहीं है, गाए नहीं है, सुनिया नहीं है, ध्यावै। ध्यावेगा किवें? जो उहदा बार बार ध्यान करेगा। तो इसे करके फिर वो किहड़ी गल जिहदा ध्यान तरेगा, वो गुर शब्द का कोई भी उपदेश हो सकता है। तो इस प्रकार गुरु साहिब जी फरमाउंदे त्रिगंत जन्म प्रश्न है किन्हां दा जिहड़े गुर मंत्र तो हीणे हन। और दूजी गल अज कई साडे भी समाज दे विच ऐसे लोग हन जिहड़े कई बार कहण जी असीं गुर मंत्र लैणा, कोई टिकाणा दसो सानूं। तो भलिओ कोई गुरु अर्जन साहब जी ने तो कोई लुका रखिया ही नहीं। अकाल पुरख दे दर घरों शब्द का उपदेश होया तो गुरु साहब जी ने सांझे रूप दे विच सानूं उहदे नाल जोड़िया और प्रकाशमान करके दुनिया के बड़े धर्म ग्रंथ ने, बड़े ग्रंथां द्वारा मनुखता का ज्ञान का प्रकाश हो रहा है। पर सतगुरु साहब जी ने साडा कोई विचोला रखिया ही नहीं। सीधा आप जी गुरु साहब नतमस्तक हो के ताबिया बैठ के जुड़ के शब्द पढ़ो, बाणी दी विचार करो, बाणी गावो, किसी प्रकार का कोई बंधन नहीं। तो गुरु साहब जी कहते इस प्रकार सो अज दे इन्हां दो श्लोकां दे द्वारा सतगुरु गुरु अर्जन देव साहिब जी सानू बख्शिश करके नवाज रहे हैं कि शुरुआती साधना जरूर सहायक नुकतियां दे नाल करिए, पर वो साधना हौली हौली वडेरी हो जानी चाहिए है। बाहरी रूप दे विच धार्मिक कर्म असी सारे अपना सकते हैं, पर अंदरूनी धर्म की साधना करनी थोड़ी मुश्किल होंदी। इस करके गुरु साहिब जी कहते कंठ रमणीय अपनी जुबान नूं, हुण कंठ भी है, कंठ का मतलब जिहदे विच गल टिक जावे, जुड़ जावे। जिवें कई बारी कहने सानू बाणी कंठ है,
ਇਹਦਾ ਮਤਲਬ ਜਿਹਦੇ ਜ਼ੁਬਾਨ ਦੇ ਅੰਦਰ ਪਰਮੇਸ਼ਰ ਦੇ ਗੁਣ ਸਮਾ ਗਏ ਨੇ, ਅਤੇ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦਾ ਇੱਕ ਗੁਣ ਇਹ ਵੀ ਚਿੱਤਿਆ ਹੋਇਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੁਣ ਜ਼ੁਬਾਨ ਕਦੋਂ ਮਿੱਠੀ ਹੋਏਗੀ? ਜਦੋਂ ਪਰਮੇਸ਼ਰ ਦੇ ਗੁਣ ਗਾਵਾਂਗੇ, ਨਹੀਂ ਤਾਂ ਆਪਣੇ ਬੋਲ ਤਾਂ ਸਾਡੇ ਕੌੜੇ ਨੇ, ਫਿੱਕੇ ਨੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੇ ਉੱਤਮ ਮਾਲਾ ਧਾਰਨ ਕਰਨੀ ਹੈ, ਜਿਵੇਂ ਸਵਾਸਾਂ ਦੀ ਮਾਲਾ ਚੱਲਦੀ, ਇਵੇਂ ਪਰਮੇਸ਼ਰ ਦੇ ਗੁਣ ਉਚਾਰਨ ਦੀ ਮਾਲਾ ਚਲਾਈ ਜਾਵੇ ਅਤੇ ਉਸ ਨੂੰ ਪ੍ਰੇਮ ਦੇ ਸਹਿਤ ਧਾਰਨ ਕੀਤਾ ਜਾਵੇ। ਕੋਈ ਕਿਸੇ ਪ੍ਰਕਾਰ ਦਾ ਕੇਵਲ ਬਾਹਰੀ ਕਰਮ ਨਾ ਬਣ ਕੇ ਰਹਿ ਜਾਏ। ਅਤੇ ਦੂਜਾ, ਜੋ ਗੁਰਮੰਤਰ ਦਾ ਸਾਨੂੰ ਉਪਦੇਸ਼ ਮਿਲਦਾ ਹੈ ਉਹਨੂੰ ਸਜਗ ਰੂਪ ਹੋ ਕੇ ਧਾਰਨ ਕੀਤਾ ਜਾਵੇ। ਸਜਗ ਰੂਪ ਦਾ ਭਾਵ ਜਦੋਂ ਕਦੇ ਅਵਸਰ ਮਿਲੇ, ਮੈਂ ਆਪ ਪਹਿਲਾਂ ਬਚਪਨ ਦੇ ਵਿੱਚ ਨਗਰ ਦੇ ਲੋਕ ਦੇਖੇ ਸਨ, ਕੋਈ ਵੀ ਇੱਕ ਕੰਮ ਕਰਦੇ ਸਨ, ਕਿਰਤ ਵਿਰਤ ਆਦਿ ਕਰਦੇ ਸਨ, ਚਾਹੇ ਖੇਤੀ ਹੈ ਚਾਹੇ ਕੋਈ ਕਾਰੋਬਾਰ। ਮੈਂ ਆਪਣੇ ਘਰ ਆਦਿਕ ਦੇ ਵਿੱਚ ਵੀ ਦੇਖਿਆ, ਜਦੋਂ ਮਕਾਨ ਦਾ ਨਿਰਮਾਣ ਕਰਨ ਵਾਲੇ ਮਿਸਤਰੀ ਵੀ ਗੁਰਸਿੱਖ ਸੁਭਾਅ ਵਾਲੇ ਹੁੰਦੇ ਸਨ। ਉਹ ਇੱਕ ਪਾਸੇ ਆਪਣਾ ਜ਼ੁਬਾਨ 'ਤੇ ਉਹਨਾਂ ਨੇ ਮਾਲਕ ਦਾ ਨਾਮ ਜਪੀ ਜਾਣਾ, ਨਾਲ ਆਪਣਾ ਕੰਮ ਕਰੀ ਜਾਣਾ। ਅਤੇ ਭਗਤ ਸਾਹਿਬਾਨਾਂ ਨੇ ਵੈਸੇ ਵੀ ਸਾਨੂੰ ਸਮਝਾਇਆ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਨਾਲ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਹਿਰਦੇ ਅੰਦਰ ਇਹ ਪਾਵਨ ਭਾਵ ਉਪਦੇਸ਼ ਵਸ ਜਾਣ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਜੀ ਦੇ ਸਨਮੁਖ ਰੱਖਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਸਤਿਗੁਰੂ ਕਿਰਪਾ ਕਰਨ, ਪਾਵਨ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਗੁਰ ਮੰਤਰ ਦੇ ਤਾਰਨੀ ਹੋ ਕੇ, ਗੁਰੂ ਕੀ ਸਿੱਖਿਆ ਨੂੰ ਰੋਮ ਰੋਮ ਆਪਣੇ ਜੀਵਨ 'ਚ ਵਸਾ ਕੇ ਅਸੀਂ ਸਾਰੇ ਗੁਰੂ ਮਿਹਰਾਮਤ ਦੇ ਪਾਤਰ ਬਣੀਏ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।